ਮੈਕੈਨਿਜ਼ਮ ਹੈਗਾ ਜਿਹਨੂੰ ਤੁਸੀਂ ਫੋਲੋ ਕਰ ਸਕਦੇ ਆ। ਐਡਵੋਕੇਟ ਸੁਖਵਿੰਦਰ ਸਿੰਘ ਨਾਰਾ, ਉਹਨੂੰ ਦੁੱਖ ਲੱਗਾ ਸੀ ਕਿ ਜੱਗੀ ਨਾਲ ਕੀ ਹੋਣ ਡਿਆ ਇੰਡੀਆ ਵਿੱਚ, ਹੁਣ ਇਸ ਵੇਲੇ ਲੰਡਨ 'ਚ ਆ। ਉਹਨੇ ਆਪਣੇ ਤੌਰ ਤੇ ਆਪਣੀ ਸੇਵਾ ਦੇ ਹਿਸਾਬ ਨਾਲ ਕਰਕੇ NHRC ਨੂੰ ਕਰ ਦਿੱਤੀ ਸੀ ਕੰਪਲੇਂਟ, ਤੇ ਜਦੋਂ ਸਾਨੂੰ ਰਿਜ਼ਲਟ ਨਹੀਂ ਆਉਣ ਡਿਆ ਸੀ ਤੇ UK ਸਰਕਾਰ ਨੇ ਲੈ ਕੇ ਦਿੱਤਾ ਸੀ ਉਹ ਰਿਜ਼ਲਟ। ਸੋ ਜਿਹੜੇ 4 ਪੁਆਇੰਟ ਆ ਜੱਗੀ ਦੇ ਨਾਲ 99.9% ਲਾ ਕੇ ਚੱਲ ਪੋ ਕਿ ਓਨਾ ਹੀ ਵੱਜਦੇ ਆ, ਉੱਦਾਂ ਤਾਂ ਮੈਂ ਤਾਂ ਕਹੂੰਗਾ 100% ਵੱਜਦਾ ਜੱਗੀ ਦੇ ਨਾਲ। ਇਹ 4 ਪੁਆਇੰਟ ਆ ਅਨੋਨਮਾਈਜ਼ ਕੇਸ ਵਿੱਚ। 12 ਅਗਸਤ 2022 ਨੂੰ ਅਸੀਂ ਹਾਈ ਕੋਰਟ ਵਿੱਚ ਪਟੀਸ਼ਨ ਰੇਜ਼ ਕੀਤੀ ਜੱਗੀ ਵਾਸਤੇ। ਉਹਦੇ ਵਿੱਚ ਅਸੀਂ 3 ਸਰਕਾਰੀ ਮਹਿਕਮਿਆਂ ਨੂੰ ਚੈਲੰਜ ਕੀਤਾ, ਇੱਕ ਕਿਸਮ ਦਾ ਹੋਮ ਆਫਿਸ, FCDO ਤੇ ਹੋਮ ਸੈਕਟਰੀ ਨੂੰ ਵੀ, ਕਿਉਂਕਿ ਉਹਦੇ ਵਿੱਚ ਅਸੀਂ ਜਿਹੜੀ ਪਟੀਸ਼ਨ ਬਣਾਈ ਆ ਕਲੇਮ ਬਣਾ ਕੇ ਉਹਦੇ ਵਿੱਚ ਲਿਖਿਆ ਕਿ ਸਾਰੇ ਪੁਆਇੰਟ ਜੱਗੀ ਦੇ ਨਾਲ ਕਿਉਂ ਮਿਲਦੇ ਆ। ਤੋ ਇਹੀ ਫਿਰ ਖਬਰ BBC ਨੇ ਅੱਗੇ ਕੀਤੀ। ਅਜੇ ਤੱਕ ਜਿਹੜਾ ਤੁਸੀਂ BBC ਦੀ ਰਿਪੋਰਟ ਦੇਖੀ ਵੀ ਹੋਣੀ ਆ, ਫਰੈਂਕ ਗਾਰਡਨਰ ਜਿਹੜਾ ਸਿਕਿਉਰਿਟੀ ਕੋਰਸਪੋਂਡੈਂਟ ਆ, ਉਹਦੀ ਜਿਹੜੀ ਇੰਟਰਵਿਊ ਸੀ, ਉਹਨੇ ਕਿਹਾ ਕਿ ਮੈਂ ਪੁੱਛਿਆ UK ਸਰਕਾਰ ਨੂੰ, ਜੇ ਤੁਸੀਂ ਨਹੀਂ ਕੀਤਾ ਤੁਸੀਂ ਹੁਣ ਦੱਸ ਦਿਓ, ਹੁਣ ਤੁਹਾਡੇ ਕੋਲ ਮੌਕਾ ਵਾ, ਇਹ ਗੱਲ ਆਉਣੀ ਆ ਬਾਹਰ। ਜਿਹੜੀ ਟਾਈਮਜ਼ ਦੀ ਰਿਪੋਰਟਰ ਸੀ ਉਹਨੇ ਵੀ ਇਹ ਗੱਲ ਪੁੱਛੀ ਤੇ UK ਸਰਕਾਰ ਦਾ ਜਵਾਬ ਆਇਆ ਸੀ ਕਿ ਅਸੀਂ ਇਸ ਵੇਲੇ ਕਮੈਂਟ ਨਹੀਂ ਕਰ ਸਕਦੇ। ਸੋ ਫਰੈਂਕ ਗਾਰਡਨਰ ਦੇ ਜੋ ਵਰਡ ਸੀ, ਆਪਾਂ ਕਹਿੰਦੇ ਹੋਰ ਗੱਲ ਹੁੰਦੀ, ਜਿਹੜੇ ਉਹਨੇ ਵਰਡਸ ਕਹੇ ਸੀ ਠੀਕ ਹੈ ਐਜ਼ ਯੂ ਵਿਲ, ਇਹ ਕਿਸਮ ਦਾ ਕਿ UK ਸਰਕਾਰ ਕਹਿੰਦੀ ਨਹੀਂ ਕਿ ਅਸੀਂ ਨਹੀਂ ਕੀਤਾ। ਸੋ ਇਹ ਖਬਰ ਆਈ ਆ ਜਿਹੜੀ ਆਪਣੇ ਪਿਛਲੇ ਦਿਨਾਂ ਵਿੱਚ। ਅੱਜ ਤੁਹਾਡੇ ਸੰਗਤ ਦੇ ਨਾਲ ਗੱਲ ਕਰਨ ਡਿਆ, 1.5 ਸਾਲ ਦੇ ਵਿੱਚ ਇਹ ਤਾਂ ਮੇਰੇ ਦਿਲ ਵਿੱਚ ਬੈਠੀ ਸੀ। ਇਹ ਤਾਂ ਪਰਿਵਾਰ ਨੂੰ ਵੀ ਮੰਡੇ ਰਾਤ ਨੂੰ ਪਤਾ ਲੱਗਾ, ਜਦੋਂ ਮੈਂ ਦੱਸਿਆ ਆਪਣੇ ਨਿਆਣਿਆਂ ਨੂੰ, ਉਹ ਟੈਲੀ ਤੇ ਦੇਖਣ ਡਏ ਸੀ ਤੇ ਨਿਆਣੇ ਵੀ ਕਹਿੰਦੇ ਕਿ ਡੈਡ ਸਰਕਾਰ ਤਾਂ ਆਪਣੀ ਹੈਲਪ ਕਰਦੀ ਹੁੰਦੀ ਆ ਤੇ ਇਹ ਚਾਚੇ ਦੀ ਕਿਉਂ ਨਹੀਂ ਹੈਲਪ ਕਰਨ ਡਏ, ਅਸੀਂ ਤਾਂ ਸਮਝਦੇ ਸੀ ਸਾਡੀ ਸਰਕਾਰ ਸਾਨੂੰ ਲੁੱਕ ਆਫਟਰ ਕਰੂੰਗੀ। ਜੱਗੀ ਦੀ ਵਾਈਫ ਜਿਹੜੀ, ਉਹ ਪੁੱਛਣ ਡਈ ਆ ਕਿ ਉਹ ਆਈ ਸੀ ਇਸ ਮੁਲਕ ਵਿੱਚ ਪੂਰੀ ਉਮੀਦ ਨਾਲ ਕਿ ਇੱਥੇ ਦੀ ਸਰਕਾਰ ਨੇ ਉਹਦੀ ਹੈਲਪ ਕਰਨੀ ਆ, ਉਹਨੂੰ ਲੈ ਕੇ ਆਉਣਾ। ਜੱਗੀ ਕਹਿੰਦਾ ਸੀ ਉਹਨੂੰ ਕਿ ਲਾਲ ਪਾਸਪੋਰਟ ਤਾਂ ਸਾਡੀ ਸਰਕਾਰ ਸਾਨੂੰ ਬਚਾਊਂਗੀ, ਪਰ ਲੇਕਿਨ ਨਹੀਂ ਕੀਤਾ। ਸੋ ਉਸ ਕਰਕੇ ਫਿਰ ਪਰਿਵਾਰ ਤੇ ਵੀ ਇਹ ਕਾਫੀ ਹੁਣ ਲੱਗਾ ਸਾਡੇ ਵਿੱਚ। ਮੈਨੂੰ ਤਾਂ ਪਿਛਲੇ 1.5 ਸਾਲ ਤੋਂ ਲਗਭਗ ਕਿੱਧਰ ਨੂੰ ਜਾਣ ਡਏ, ਉਹ ਜਾਣ ਡਏ ਸੀ, ਪਰ ਫਿਰ ਵੀ ਜੋ ਕੈਂਪੇਨ ਕਰਨੀ ਸੀ ਉਹ ਆਪਾਂ ਨੂੰ ਕਰਨੀ ਪੈਣੀ ਸੀ। ਪਰ ਇਹਦੇ ਨਾਲ ਪੁਆਇੰਟ ਆਉਂਦੇ ਆ, ਜਿਹੜੀ ਆਪਾਂ ਗੱਲ ਕਰਦੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ। ਸਤੰਬਰ 2018 ਵਿੱਚ ਰੇਡ ਹੁੰਦੇ ਆ ਪੰਜਾ ਸਿੰਘਾਂ ਦੇ ਘਰ ਵਿੱਚ, ਇੱਕ ਨੌਜਵਾਨ ਆਪਣੇ ਨਾਲ ਬੈਠਾ। ਉਸ ਵੇਲੇ ਰੇਡ ਹੋਏ ਜੱਗੀ ਦੀ ਕੈਂਪੇਨ ਚੁੱਪ ਕਰਾਉਣ ਨੂੰ। ਤੇ ਜਦੋਂ ਰੇਡ ਹੋਏ ਆ, ਬਾਕੀ ਸ਼ਮਸ਼ੇਰ ਸਿੰਘ ਆਪ ਦੱਸ ਸਕਦਾ, ਪਰ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਜੱਗੀ ਦੇ ਖਿਲਾਫ ਸਬੂਤ ਲੱਭਣ ਨੂੰ। ਉਹਨਾਂ ਨੇ ਇਹ ਕਿਹਾ ਸੀ ਬੈਂਡ ਸਬਸਟੈਂਸਿਸ ਇਨ ਇੰਡੀਆ, ਨਾਟ UK, ਨਥਿੰਗ ਲਾਈਕ ਦੈਟ। ਜੱਗੀ ਦੇ ਉਰੋਂ ਆਏ ਸੀ। ਫਿਰ ਉਸ ਤੋਂ ਬਾਅਦ ਚ ਹੋਰ ਕੇਸ ਹੁੰਦੇ ਆ, ਹੋਰ ਨੌਜਵਾਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ, ਪਰ ਆਪਣੀ ਆਵਾਜ਼ ਬੰਦ ਨਹੀਂ ਹੋਈ, ਕਿਉਂਕਿ ਨੌਜਵਾਨ ਡਟੇ ਰਹੇ। ਉਹ ਕਹਿੰਦੇ ਅਸੀਂ ਜੱਗੀ ਦੇ ਨਾਲ ਖੜੇ ਆ, ਸੱਚ ਦੇ ਨਾਲ ਖੜੇ ਆ, ਤੇ ਉਹ ਲੱਗੇ ਰਹੇ। ਫਿਰ ਬਾਅਦ ਚ ਜਿਹੜੇ ਸਿੱਖ UK ਦੇ ਨਾਲ ਵੀ ਹੋਇਆ ਵਾ ਜੋ ਕੇਸ ਉਹ ਚੱਲਣ ਡਏ ਆ ਦੀਪਾ ਸਿੰਘ ਦੇ ਖਿਲਾਫ, ਉਹਦੇ ਵਿੱਚ ਵੀ ਜੱਗੀ ਦਾ ਨਾਂ ਆਉਣ ਡਿਆ ਵਾ। ਜੱਗੀ ਤਾਂ ਜੇਲ੍ਹ ਵਿੱਚ ਬੈਠਾ, ਫਿਰ ਵੀ ਉਹਦਾ ਨਾਂ ਆਉਣ ਡਿਆ। ਐਡਵੋਕੇਟ ਮੰਜਪੁਰ ਜਦੋਂ ਇਸ ਵੇਲੇ ਕੋਰਟ ਵਿੱਚ ਸੀ ਜੂਨ ਜੁਲਾਈ ਵਿੱਚ, ਜੱਜ ਕਹਿੰਦਾ ਕਿ ਸਬੂਤ ਕੀ ਹੈ ਜੱਗੀ ਦੇ ਖਿਲਾਫ, ਤੇ NIA ਦਾ ਪ੍ਰੋਸੀਕਿਊਟਰ ਖੜ ਕੇ ਕਹਿੰਦਾ ਹਜੇ ਅਸੀਂ ਇਕੱਠੇ ਕਰਨ ਡਏ ਆ, ਸਾਡੇ ਕੋਲ ਹਜੇ ਸਾਰੇ ਸਬੂਤ ਹੈ ਨਹੀਂ। 5 years, 5 ਸਾਲ ਹੋ ਚੱਲੇ ਆ, ਨਵੰਬਰ ਚ 5 ਸਾਲ ਹੋ ਜਾਣੇ ਆ, ਤੇ ਉਹ ਕਹਿੰਦੇ ਸੀ ਸਬੂਤ ਇਕੱਠੇ ਕਰਨ ਡਏ ਆ। ਜੇ ਤੁਸੀਂ ਚੇਤਾ ਕਰੋਗੇ, ਆਪਾਂ ਸਤੰਬਰ ਵਿੱਚ ਵੀ ਉਦੋਂ ਵੀ ਪੰਜਾ ਸਿੰਘਾਂ ਨੇ ਕਿਹਾ ਸੀ ਇਟਸ ਅ ਫਿਸ਼ਿੰਗ ਐਕਸਪੀਡੀਸ਼ਨ। ਅੱਜ ਤੱਕ ਉਹ ਫਿਸ਼ਿੰਗ ਐਕਸਪੀਡੀਸ਼ਨ ਚੱਲਣ ਡਈ ਆ ਕਿ ਆਪਾਂ ਨੂੰ ਬੰਦ ਕਰਨ ਨੂੰ, ਇੱਥੋਂ ਕਿੱਥੋਂ ਇਕੱਠੇ ਕਰਨ ਡਏ ਆ। ਤੇ ਹੁਣ ਦੁੱਖ ਭਰੀ ਇਹ ਗੱਲ ਆ, ਹੁਣ ਆਪਣੇ ਇੱਕ ਸਟੇਟਮੈਂਟ ਵੀ ਕੱਲ ਆਈ ਸੀ ਜਿਹਦੇ ਵਿੱਚ ਕਹਿੰਦੇ ਕਿ ਵੈਸਟ ਮਿਡਲੈਂਡਸ ਦਾ ਕੋਈ ਵਿੱਚ ਹੱਥ ਨਹੀਂ ਹੈਗਾ। ਇਹਦਾ ਪਰਿਵਾਰ ਨੂੰ ਕਾਫੀ ਦੁੱਖ ਲੱਗਾ। ਕੈਂਪੇਨ ਨੇ ਸਟੇਟਮੈਂਟ ਵੀ ਕੱਢੀ ਇਹਦੇ ਬਾਰੇ ਕਿ ਜਿਨ੍ਹਾਂ ਨੇ ਕਦੇ ਹੈਲਪ ਨਹੀਂ ਕੀਤੀ ਤੇ ਹੁਣ ਸਾਨੂੰ ਦਿਖਾਉਣ ਡਏ ਆ ਕਿ ਸਾਡੇ ਨਾਲ ਉਹ ਖੜੇ ਆ। ਪਹਿਲੋਂ ਵੀ ਖੜ ਸਕਦੇ ਸੀ, ਪਹਿਲੋਂ ਕੋਈ ਨਹੀਂ ਖੜੇ। ਕੈਂਪੇਨ ਦੀ ਤਾਂ ਕੌਮ ਦੀ ਮੰਗ ਇਹ ਆ ਕਿ ਜੱਗੀ ਨੂੰ ਰਿਹਾ ਕਰਕੇ ਆਪਣੇ ਘਰ ਲੈ ਕੇ ਆਵੋ, ਤੇ ਉਸ ਆਰਗੇਨਾਈਜੇਸ਼ਨ ਨੇ ਕਿਹਾ ਕਿ FCDO ਨਾਲ ਤੁਸੀਂ ਲਗਭਗ ਰੱਖੋ ਤਾਂ ਇਹਨੂੰ ਡਾਕੂਮੈਂਟ ਕਰੋ। ਇਹ ਨਹੀਂ ਕੌਮ ਦੀ ਮੰਗ, ਨਾ ਪਰਿਵਾਰ ਦੀ ਮੰਗ ਆ, ਕਿਉਂਕਿ UN ਨੇ ਕਹਿ ਦਿੱਤਾ ਵਾ ਕਿ ਜੱਗੀ ਆਰਬਿਟਰਲੀ ਡਿਟੇਨਡ ਆ,
ਬੋਰਿਸ ਜੌਨਸਨ ਮੰਨ ਗਿਆ ਵਾ ਕਿ ਜੱਗੀ ਆਰਬਿਟਰੀਲੀ ਡਿਟੇਨਡ ਆ, ਤੇ ਜਿਹੜੀ ਸਾਡੀ ਮੰਗ ਆ ਉਹਨੂੰ ਤੁਸੀਂ ਡਾਈਗ੍ਰੈਸ ਕਿਉਂ ਕਰਨ ਰਹੇ ਆ। ਸੋ ਇਹ ਆਪਣੀ ਜਿੱਥੇ ਤੱਕ ਜਿਹੜੀਆਂ ਪਿਛਲੇ ਦਿਨਾਂ ਵਿੱਚ ਆ ਗੱਲਾਂ ਆਈਆਂ ਵਾ, ਇਹ ਉਹਦੇ ਵਿੱਚ ਬਰੀਕੀ ਆ। ਬਾਕੀ ਤੁਹਾਨੂੰ ਫਿਰ ਤੁਸੀਂ ਹੋਰ ਜਿੱਦਾਂ ਪੁੱਛੋਗੇ ਅਸੀਂ ਦੱਸੀ ਜਾਓਗੇ। ਭਾਈ ਤੁਸੀਂ ਕਾਫੀ ਜਾਣਕਾਰੀ ਦਿੱਤੀ ਹੈਗੀ ਹੈ ਤੇ ਕਿੰਨੇ ਪੁਆਇੰਟ ਮੈਂ ਲਿਖੀ ਜਾਂਦਾ ਤੇ ਮੈਂ ਸੋਚ ਰਿਹਾ ਕਿ ਹਾਊ ਡੂ ਵੀ ਐਡਰੈਸ ਆਲ ਦਿਸ, ਕਿਉਂਕਿ ਕਿੰਨੇ ਪੁਆਇੰਟ ਤੁਸੀਂ ਰੇਜ਼ ਕੀਤੇ ਹੈਗੇ ਆ। ਤੇ ਪਹਿਲਾਂ ਤਾਂ 5 ਸਾਲ ਹੋ ਲੱਗੇ ਜਗਤਾਰ ਸਿੰਘ ਜੋਲ ਨੂੰ ਪ੍ਰਿਜ਼ਨ ਵਿੱਚ ਹੋਣ ਵਿੱਚ, ਉਹ ਵੀ ਆਰਬਿਟਰੀ ਡਿਟੈਂਸ਼ਨ। ਇਹ ਵੀ ਬਹੁਤ ਵੱਡੀ ਗੱਲ ਹੈ। ਤੇ ਯੂਨਾਈਟਿਡ ਨੇਸ਼ਨਸ ਇੱਥੇ ਦਾ ਮੁੱਖ ਮੰਤਰੀ ਵੀ ਕਹਿ ਦੇਵੇ ਕਿ ਆਹ ਗੱਲ ਹੋ ਰਹੀ ਆ, ਤੇ ਉਹ ਤੋਂ ਬਾਅਦ ਉਹ ਤੋਂ ਇਲਾਵਾ ਹਜੇ ਤੱਕ ਨਹੀਂ ਪੂਰੀ ਉਹਦੇ ਵਾਸਤੇ ਜਿਹੜੀ ਜਾਣੀ ਜਿੱਦਾਂ ਪਰਿਵਾਰ ਕਹਿ ਰਿਹਾ ਜਿੱਦਾਂ ਹੋਣੀ ਚਾਹੀਦੀ ਸੀ ਪ੍ਰੋਸੈਸ ਹੋ ਰਹੀ ਹੈਗੀ ਆ। ਇਹ ਸਾਡੇ ਵਾਸਤੇ ਸਾਰੇ ਵਾਸਤੇ ਇੱਕ ਮਸਲਾ, ਕਿਉਂਕਿ ਜਗਤਾਰ ਸਿੰਘ ਜੋਲ ਉਹ ਵਿਅਕਤੀ ਸੀ ਜਿਹੜਾ ਇੱਕ ਵੈਬਸਾਈਟ ਸੀ ਨੈਵਰ ਫੋਰਗੇਟ 1984, ਉਹਦੇ ਬਾਰੇ ਨੈਵਰ ਫੋਰਗੇਟ 84 ਬਾਰੇ ਉਹ ਕਾਫੀ ਜਾਣਕਾਰੀ ਜਿਹੜੇ ਘੱਲੂਘਾਰੇ 'ਚ ਹੋਏ ਸੀਗੇ, ਜਿਹੜੇ ਆਪਰੇਸ਼ਨ ਵੁਡਰੋ 'ਚ ਸਿੱਖ ਸ਼ਹੀਦ ਹੋਏ ਸੀਗੇ, ਉਹਨਾਂ ਦੀ ਜਾਣਕਾਰੀ, ਉਹਨਾਂ ਦੀ ਜੀਵਨੀ ਲਿਖ ਕੇ ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਕਿ ਹੋਰਾਂ ਨੂੰ ਪਤਾ ਹੋਵੇ ਕਿ ਕੀ ਕੀ ਹੋ ਰਿਹਾ ਸੀਗਾ। ਸੋ ਉਹ ਕਹਿ ਰਹੇ ਹੈਗੇ ਆ ਕਿ ਇਹਨਾਂ ਨੂੰ ਤਾਂ ਇਹਨੂੰ ਚੁੱਕਿਆ ਗਿਆ ਵੀ ਜੇ ਆਵਾਜ਼ ਉਠਾ ਰਿਹਾ ਸੀ, ਰੇਜ਼ ਅਵੇਅਰਨੈਸ ਕਰ ਰਿਹਾ। ਹੁਣ ਇਹ ਗੱਲ ਆਉਂਦੀ ਹੈ, ਮੈਂ ਜਿਹੜੀ ਗੱਲ ਤੁਸੀਂ ਕਰਨਾ ਚਾਹੁੰਦੇ ਵੀ ਹੁਣ ਇੱਥੇ ਦੀ ਸਰਕਾਰ ਨੇ ਕਹਿ ਦਿੱਤਾ ਕਿ ਅਸੀਂ ਕਮੈਂਟ ਨਹੀਂ ਕਰ ਸਕਦੇ ਬਿਕਾਜ਼ ਇਹ ਲਾਈਵ ਕੇਸ ਆ, ਠੀਕ ਹੈ ਜੀ। ਹੁਣ ਜਿਹੜੀ ਤੁਸੀਂ ਸੰਸਥਾ ਦੀ ਨਾਂ ਤੁਸੀਂ ਗੱਲ ਕਰ ਰਹੇ ਹੈਗੇ ਆ, ਉਹ ਆਪ ਇੱਥੇ ਖੁਦ ਹੈ ਨਹੀਂ, ਪਰ ਮੈਂ ਚਾਹੂੰਗਾ ਕਿ ਬੇਨਤੀ ਵੀ ਕਰੂੰਗਾ ਟੀਵੀ ਤੇ ਕਿ ਉਹਨਾਂ ਨੂੰ ਲੈ ਕੇ ਆਇਆ ਜਾਏ ਟੀਵੀ ਉੱਤੇ, ਜਾਂ ਤੁਸੀਂ ਉਹਨਾਂ ਦੇ ਨਾਲ ਉਹ ਗੱਲ ਕਰਨ। ਜੇ ਤੁਸੀਂ ਗੱਲ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲ ਕਰਨ ਵਾਸਤੇ, ਉਹਨਾਂ ਨੇ ਤੁਹਾਨੂੰ ਕੋਈ ਰਿਸਪੌਂਸ ਦਿੱਤਾ ਸੀਗਾ ਕੋਈ? ਦੇਖੋ ਨਾ ਕਾਮ ਸਿੰਘ ਜੀ, ਨਾ ਉਹਨਾਂ ਨੇ ਕਦੇ ਸਪੋਰਟ ਕੀਤੀ ਆ, ਨਾ ਕਦੇ ਸਪੋਰਟ ਦਿੱਤੀ ਆ। ਕੱਲ ਸਟੇਟਮੈਂਟ ਆਈ ਆ, ਪਹਿਲੀ ਸਟੇਟਮੈਂਟ ਆਈ ਆ ਪਿਛਲੇ 5 ਸਾਲਾਂ ਵਿੱਚ। ਹੁਣ ਜ਼ਰੂਰੀ ਜਥੇਬੰਦੀ ਬਣੀ ਆ, ਉਹ ਜਿਹੜਾ ਬਣਿਆ ਉਹ ਆਪਾਂ ਨੂੰ ਪਤਾ ਨਹੀਂ, ਪਰ ਜੇ ਸਟੇਟਮੈਂਟ ਆਈ ਆ ਲਿਖਤੀ ਰੂਪ ਪਬਲਿਕ ਡੋਮੇਨ ਵਿੱਚ ਆਈ ਆ, ਕਿਸੇ ਰੀਜ਼ਨ ਦੇ ਕਰਕੇ ਆਈ ਆ। ਹੋਰ ਕਿਸੇ ਵੀ ਸਾਡੇ ਵੱਲੋਂ ਨਹੀਂ ਬੋਲਦੇ, ਸਾਡੀ ਕੈਂਪੇਨ ਵੱਲੋਂ ਨਹੀਂ ਬੋਲਦੇ, ਤਾਂ ਅਸੀਂ ਠੀਕ ਕੌਮ ਨੇ ਅਹੁਦਾ ਦਿੱਤਾ, ਜਿਹੜਾ ਕੌਮ ਨੇ ਨਾਲ ਬਿਠਾਇਆ ਵਾ, ਤੇ ਮੈਂ ਇਹ ਕਹੂੰਗਾ ਸਾਡੀ ਕੌਮ ਵਾਸਤੇ ਵੀ ਨਹੀਂ ਉਹ ਬੋਲਦੇ। ਉਹ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ, ਜਦੋਂ ਦੁੱਖ ਲੱਗਦਾ, ਕਿਉਂਕਿ ਮੈਂ ਅੱਗੇ ਵੀ ਕੈਮ ਸਿੰਘ ਗੱਲ ਕੀਤੀ ਸੀ, ਜਦੋਂ ਮੈਂ ਸੁਣਿਆ ਸੀ 5 ਸਿੰਘਾਂ ਦੇ ਘਰ ਰੇਡ ਹੋਈ ਆ, ਮੈਨੂੰ ਵੀ ਇਹ ਲੱਗਦਾ ਸੀ ਸਾਡੇ ਘਰ ਵੀ ਹੋ ਸਕਦੀ ਹੈ। ਜਿਹੜੇ ਮਾਜੀ ਤੇ ਨਿਆਣੇ ਕਿੱਦਾਂ ਬਾਹਰ ਕੀਤੇ, ਮਾਵਾਂ ਨੂੰ ਬਾਹਰ ਕੀਤਾ ਗਿਆ, ਬਾਥਰੂਮ ਨਹੀਂ ਵਰਤਣ ਦਿੱਤੇ, ਤੇ ਉਸ ਕਰਕੇ ਦੁੱਖ ਲੱਗਦਾ। ਕਿਉਂਕਿ ਜਿਹੜੇ ਨੌਜਵਾਨ ਖੜੇ ਆ ਉਹ ਜੱਗੀ ਦੀ ਆਵਾਜ਼ ਚੱਕਣ ਡਏ ਸੀ, ਉਹ ਕਿਹੜਾ ਹੋਰ ਕਿਸੇ ਵਾਸਤੇ ਖੜੇ ਆ, ਉਹ ਸੱਚ ਦੇ ਨਾਲ ਖੜੇ। ਜਿਹੜਾ ਜੱਗੀ ਸਿੰਘਾਂ ਬਾਰੇ ਸ਼ਹੀਦਾਂ ਬਾਰੇ ਖੜਾ ਸੀ ਤੇ ਉਹਦੇ ਨਾਲ ਖੜੇ, ਤੇ ਫਿਰ ਉਹ ਗਲਤ ਨਹੀਂ ਲੱਗਦਾ? ਜਿਹੜੇ ਆਪਣੇ ਕੌਮ ਦੇ ਵਿੱਚ ਜਿਹੜੇ ਕਹਿੰਦੇ ਆ ਬੰਦੇ ਕਿ ਅਸੀਂ ਤੁਹਾਡੀ ਸਪੋਰਟ ਕਰਦੇ ਆ, ਤੇ ਉਹ ਵਿੱਚ ਆਪ ਹੈਗੇ ਆ। ਆ ਜਿਹੜੀ ਸਟੇਟਮੈਂਟ ਆਈ ਆ, ਉਹਨਾਂ ਨੇ ਨਾ ਗੱਲ ਕੀਤੀ ਆ, ਸਟੇਟਮੈਂਟ ਉਹਨਾਂ ਨੇ ਦੇਖੀ, ਅਸੀਂ ਉਹ 'ਚ ਪਾ ਕੇ ਲਿਖਿਆ ਕਿ ਜੋ ਸਾਡੀ ਫੀਲਿੰਗ ਹੈਗੀ ਸੀ ਕੈਂਪੇਨ ਵੱਲੋਂ ਅਸੀਂ ਦੱਸ ਦਿੱਤੀ ਆ। ਉਹਨਾਂ ਨੇ ਤੱਕ ਹਜੇ ਤੱਕ ਨਹੀਂ ਰੀਚ ਆਊਟ ਕੀਤਾ, ਉਹ ਆਪਣਾ ਇੱਕ ਪਬਲਿਸਿਟੀ ਸਟੰਟ ਕਰ ਗਏ ਇੱਕ ਕਿਸਮ ਦਾ। ਹੁਣ ਮੈਂ ਇੱਕ ਗੱਲ ਕਹਿਣਾਗਾ, when shit hits the fan, people go into damage limitation mode. So I'm not swearing, ਪਰ ਇਹੀ ਗੱਲ ਹੋਈ ਆ। ਸੋ ਇਹੀ ਗੱਲ ਅਸੀਂ ਪਬਲਿਕ ਵੀ ਕਹੀ ਹੈ, ਹਜੇ ਵੀ ਹੈਗੀ ਆ। ਸੋ ਇਸ ਕਰਕੇ ਦੇਖੋ 5 ਸਾਲ ਹੋ ਚੱਲੇ ਆ। ਟੈਕਨੀਕਲੀ ਜੇ ਆਪਾਂ ਗੱਲ ਕਰੀਏ, ਜੱਗੀ ਤੇ ਚਾਰਜ ਨਹੀਂ ਲੱਗਾ। ਜੱਜ ਨੇ ਕਿਹਾ ਵਾ ਉਹ NIA ਕੇਸਾਂ ਵਿੱਚ ਕਿ ਮੈਂ ਓਰਲੀ ਚਾਰਜ ਲਾਉਣੇ ਆ 7 ਸਤੰਬਰ 2022 ਨੂੰ। ਉਸ ਦਿਨ 7 September 2022 is 4 years and 10 months since Jaggi was detained. ਤੇ ਉਸ ਹਿਸਾਬ ਨਾਲ ਜੇ ਤੁਸੀਂ ਲਾਵੋ, ਉਦਣ ਜੱਗੀ ਨੂੰ ਪਤਾ ਲੱਗਣਾ ਕਿ ਉਹਦੇ ਖਿਲਾਫ ਚਾਰਜ ਕੀ ਆ। ਅਸੀਂ ਇਸ ਕਰਕੇ ਦੱਸਿਆ ਸੀ ਸੰਗਤ ਨੂੰ ਕਿ ਜਦੋਂ ਚਾਰਜ ਜੱਜ ਨੇ ਕਿਹਾ ਤਾਂ ਮੈਂ ਚਾਰਜ ਕਰਨਾ ਵਾ, ਜੋ ਇੰਡੀਆ ਦਾ ਕਾਨੂੰਨ ਹਿਸਾਬ ਨਾਲ ਉਹ ਚੱਲਦੇ ਆ, ਉਹ ਅਸੀਂ ਉਸ ਹਿਸਾਬ ਨਾਲ ਚੱਲ ਕੇ ਫਿਰ ਦੱਸਿਆ ਸੰਗਤ ਨੂੰ ਕਿ ਆਹ ਜੱਜ ਨੇ ਕਿਹਾ ਵਾ। ਸੋ ਇਹ ਕਾਫੀ ਚੀਜ਼ਾਂ ਹੈਗੀਆਂ ਵਾ। ਅਸੀਂ ਇਹ ਸਰਕਾਰ ਨੂੰ ਕਹਿ ਹਟੇ ਆ ਕਿ ਤੁਸੀਂ ਗਲਤੀ ਕੀਤੀ ਆ, ਇਹਨੂੰ ਹੁਣ ਸੁਧਾਰੋ, ਇਹ ਤੁਹਾਡੇ ਹੱਥ ਵਿੱਚ ਆ ਕਿੱਦਾਂ ਕਰਨੀ ਆ। ਰਪਰੀਵ ਨੇ ਵੀ ਕਿਹਾ ਵਾ ਇਹ ਹੁਣ ਪੋਲੀਟੀਕਲ ਰਹਿ ਗਿਆ ਵਾ, ਤੁਸੀਂ ਜੱਗੀ ਨੂੰ ਵਾਪਸ ਲੈ ਕੇ ਆਉਣਾ ਵਾ। ਤੇ ਜੇ ਚਾਰਜ ਲੱਗਦਾ ਵੀ ਆ, ਫਿਰ ਵੀ ਜਿਹੜੀ UN ਦੀ ਓਪੀਨੀਅਨ ਆ, ਸਟਿਲ ਸਟੈਂਡਸ ਕਰਕੇ ਜੱਗੀ ਨੂੰ ਫੜਿਆ ਗਿਆ ਵਾ ਵਿਦ ਨੋ ਲੀਗਲ ਬੇਸਿਸ। ਤੇ ਫੜਿਆ ਵੀ ਇਸ ਕਰਕੇ ਗਿਆ ਕਿਉਂਕਿ ਉਹ 1984 ਜਿਹੜੇ ਸਿੱਖ ਹਿਊਮਨ ਰਾਈਟਸ ਵਾਇਲੇਸ਼ਨਸ ਜੈਨੋਸਾਈਡ ਹੋਈ ਸੀ ਉਹਦੇ ਖਿਲਾਫ ਲਿਖਦਾ ਸੀ, ਤਾਂ ਇਸ ਕਰਕੇ
ਉਹਨੂੰ ਫੜਿਆ ਗਿਆ। ਠੀਕ ਆ, ਗੁਰਪ੍ਰੀਤ ਸਿੰਘ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਹੁਣ ਸ਼ਮਸ਼ੇਰ ਸਿੰਘ ਵੱਲ ਵੀ ਜਾਣਾ ਚਾਹੁੰਦਾ। ਤੁਸੀਂ ਕਾਫੀ ਜਾਣਕਾਰੀ ਦੇ ਰਹੇ ਹੈਗੇ ਆ। ਜਿਹੜੀ ਸੰਸਥਾ ਤੇ ਤੁਸੀਂ ਗੱਲ ਕਰ ਰਹੇ ਹੈਗੇ, ਮੈਂ ਉਹ ਬੇਨਤੀ ਕਰੂੰਗਾ, ਸਾਧ ਸੰਗਤ ਜੀ, ਬੇਨਤੀ ਉਸ ਸੰਸਥਾ ਨੂੰ ਕਿ ਤੁਸੀਂ ਵੀ ਪਲੀਜ਼ ਆਓ, ਜਾਂ ਤੁਸੀਂ ਈਵਨ ਬੈਠਾ ਤੁਸੀਂ ਕੰਟੈਕਟ ਕਰੋ ਤੇ ਦੇਖੋ ਕਿ ਗੁਰਪ੍ਰੀਤ ਸਿੰਘ ਕੀ ਕਹਿ ਰਿਹਾ, ਉਹਨਾਂ ਨਾਲ ਕੀ ਹੱਦ ਬੀਤ ਰਹੀ ਆ, ਉਸ ਪਰਿਵਾਰ ਨਾਲ ਕੀ ਹੱਦ ਬੀਤ ਰਹੀ ਆ, ਉਹ ਕੀ ਹੋ ਰਿਹਾ। ਉਹ ਵੀ ਸਿੱਖਾਂ ਦਾ ਪਰਿਵਾਰ ਆ। ਉਹ ਕੀ ਕਰ ਰਹੇ ਸੀਗੇ, ਕਹਿੰਦੇ ਸੀ ਆਵਾਜ਼ ਉਠਾ ਰਹੇ ਸੀਗੇ, ਦੱਸ ਰਹੇ ਸੀਗੇ, ਜਾਣਕਾਰੀ ਦੇ ਰਹੇ ਸੀਗੇ ਕਿ ਸਾਡੇ ਨਾਲ ਕੀ ਕੀ ਹੋਇਆ। ਤੇ ਉਹ ਜਾਣਕਾਰੀ ਦੇਣ ਦੇ ਵਿੱਚ ਉਹ ਉਹਨਾਂ ਦੇ ਮੁਤਾਬਕ ਕਹਿੰਦਾ ਕਿ ਉਹਨੂੰ ਤਾਂ ਫੜਿਆ ਗਿਆ ਤੇ ਟੋਰਚਰ ਕੀਤਾ ਗਿਆ। ਤੇ ਹੁਣ ਖਬਰ ਆ ਰਹੀ ਆ, ਮੰਡੇ ਦੀ ਜਿਹੜੀ ਖਬਰ ਆ ਰਹੀ ਹੈਗੀ ਆ, ਇਹ ਕਹਿ ਰਹੇ ਹੈਗੇ ਆ ਕਿ ਇੱਥੇ ਦੀ ਸਰਕਾਰ ਦੇ ਜਿਹੜੀ ਇਹਨਾਂ ਦੀ ਰਿਪਰੀਵ ਆਰਗੇਨਾਈਜੇਸ਼ਨ ਸੰਸਥਾ, ਉਹਦੇ ਮੁਤਾਬਕ ਉਹ ਕਹਿ ਰਹੇ ਹੈਗੇ ਆ ਕਿ ਇਹ ਸਾਰੀ ਜਾਣਕਾਰੀ ਇਹਨਾਂ ਨੇ ਦਿੱਤੀ ਸੀਗੀ। ਉਹ ਜਾਣਕਾਰੀ ਦੇਣ ਦੇ ਨਾਲ ਉਹਨੂੰ ਅਰੈਸਟ ਕੀਤਾ ਗਿਆ। ਤੇ ਜਿਹੜੇ ਅਲੀਗੇਸ਼ਨ ਟੋਰਚਰ ਦੇ, ਇੱਥੇ ਦੀ ਜਿਹੜੀ ਉੱਥੇ ਦੀ ਸਰਕਾਰ ਆ, ਉਹਨੇ ਡਿਨਾਈ ਕੀਤਾ ਹੈਗਾ। ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਕਿਹਾ ਕਿ ਟੋਰਚਰ ਨਹੀਂ ਹੋਇਆ ਹੈਗਾ। ਉਹ ਕਹਿੰਦੇ ਹੈਗੇ ਆ ਤੇ ਇਹ ਨਾਲ ਪਰ ਸਾਡਾ ਹੱਕ ਕੀ ਬਣਦਾ, ਸਾਡਾ ਫਰਜ਼ ਕੀ ਬਣਦਾ, ਇੱਥੇ ਦੀ ਸਰਕਾਰ ਦਾ ਕੀ ਫਰਜ਼ ਬਣਦਾ, ਕੀ ਦੇਖਣਾ ਚਾਹੀਦਾ, ਕੀ ਗੱਲ ਹੋ ਰਹੀ ਹੈਗੀ ਆ, ਇਹ ਸਾਹਮਣੇ ਸਾਰੀ ਗੱਲਾਂ ਆ ਰਹੀਆਂ ਹੈਗੀਆਂ। ਸ਼ਮਸ਼ੇਰ ਸਿੰਘ ਜੀ, I want to come to you very quickly, ਭਾਜੀ, because obviously you heard from ਗੁਰਪ੍ਰੀਤ ਸਿੰਘ ਜੀ, ਤੇ ਦੇਖੋ ਕਿੰਨੀ ਜਾਣਕਾਰੀ ਦੇ ਰਹੇ ਹੈਗੇ ਆ। ਬਹੁਤ ਇਹ ਦੁੱਖ ਦੀ ਗੱਲ ਆ ਕਿ ਇੱਕ ਆਪਣਾ ਪਰਿਵਾਰ ਆ, ਸਾਡਾ ਕਮਿਊਨਿਟੀ ਆ। ਡੂ ਯੂ ਥਿੰਕ ਕਿ ਇਹ ਗੱਲ ਸਾਰੀ ਜਿਹੜੀ ਹੋ ਰਹੀ ਆ, ਅਸੀਂ ਹੋਰ ਕਰ ਸਕਦੇ ਸੀਗੇ ਸਪੋਰਟ, ਜਾਂ ਸਪੋਰਟ ਕਰਨੀ ਚਾਹੀਦੀ ਸੀ, ਤੇ ਜਾਂ ਕਿੱਦਾਂ ਕਰਨੀ ਚਾਹੀਦੀ ਸੀਗੀ? ਵੈਦਰ ਦਾ ਮੀਡੀਆ ਵੀ ਹੋਵੇ, ਜਾਂ ਮੀਡੀਆ ਆਪਣਾ ਰੋਲ ਨਿਭਾ ਰਿਹਾ ਵਾ, ਸਾਰੀਆਂ ਸੰਸਥਾਵਾਂ ਆਪਣੇ ਰੋਲ ਨਿਭਾ ਰਹੀਆਂ ਨੇ, ਅਸੀਂ ਕਿੱਦਾਂ ਇੱਕ ਦੂਜੇ ਦਾ ਸਹਾਰਾ ਬਣ ਸਕਦੇ ਸੀਗੇ ਕਿ ਇਹ ਗੱਲਾਂ ਹੋ ਰਹੀਆਂ ਨੇ, ਤੇ ਅਸੀਂ ਕਿੱਦਾਂ ਇੱਕ ਦੂਜੇ ਦੇ ਬੈਠ ਕੇ ਗੱਲ ਸੁਣਨ ਵਾਸਤੇ ਤੇ ਅਗਾਂਹ ਲੈ ਕੇ ਜਾਣ ਵਾਸਤੇ ਕਿਹੜੇ ਕਿਹੜੇ ਤਰੀਕੇ ਤੁਸੀਂ ਕਹਿੰਦੇ ਅਸੀਂ ਜਾਂ ਵਰਤੇ ਆ ਜਾਂ ਵਰਤਣ ਨੂੰ ਤਿਆਰ ਆ? ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਸਾਰਿਆਂ ਨੂੰ ਹੁਣ ਸੁਚੇਤ ਹੋਣ ਦੀ ਲੋੜ ਆ। ਜਿਹੜੇ ਹੁਣ ਨਹੀਂ ਜਾਗਦੇ, ਇਸ ਖਬਰ ਨੂੰ ਦੇਖ ਕੇ ਜਾਗਣ ਦਾ ਸਮਾਂ ਆ। ਸਾਨੂੰ ਜਿੰਨੇ ਵੀ ਪੰਥ ਦਰਦੀ ਸੱਜਣ ਆ, ਉਹਨਾਂ ਨੂੰ ਪਤਾ ਹੈ ਕਿ 84 ਤੋਂ ਲੈ ਕੇ ਅੱਜ ਤੱਕ ਇੱਥੇ ਦੀ ਸਰਕਾਰ ਇੰਡੀਆ ਦੀ ਸਰਕਾਰ ਦੇ ਨਾਲ ਰਲ ਮਿਲ ਕੇ ਤੁਰ ਰਹੀ ਆ। ਉੱਥੋਂ ਇੰਡੀਆ ਨੂੰ ਇੱਕ ਮੰਡੀ ਦੇ ਤੌਰ ਦੇ ਉੱਤੇ ਦੇਖਦੇ ਆ, ਹਥਿਆਰ ਵੇਚਣ ਦੀ ਕੋਸ਼ਿਸ਼ ਆ। ਇੱਥੇ ਦੀ ਹੁਣ ਇਹਨਾਂ ਨੇ ਯੂਰਪੀਅਨ ਯੂਨੀਅਨ ਛੱਡਤਾ, ਹੁਣ ਇਹਨਾਂ ਨੂੰ ਇੱਕ ਮੰਡੀ ਚਾਹੀਦੀ ਹੈ ਜਿੱਥੇ ਸਸਤੇ ਲੇਬਰ ਦੇ ਵਿੱਚ ਸਸਤਾ ਸਮਾਨ ਬਣਦਾ ਆ। ਇਹ ਜੱਗੀ ਦੇ MP ਨੇ ਵੀ ਕਹਿ ਚੁੱਕਿਆ ਗੱਲ, ਕਿ ਕਹਿੰਦਾ UK ਟਰੇਡ ਦੇ ਕਾਰਨ ਕਰਕੇ ਇਹ ਸਿੱਖਾਂ ਦਾ ਜਾਂ ਉੱਥੇ ਹੋਰ ਵੀ ਕੌਮਾਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਇਸ਼ੂ ਆ, ਜਿਹੜੀਆਂ ਕੌਮਾਂ ਸੰਘਰਸ਼ ਕਰ ਰਹੀਆਂ ਆ, ਕਹਿੰਦੇ ਇੱਥੋਂ ਦੀ ਸਰਕਾਰ ਤਾਂ ਨਹੀਂ ਇਹ ਚੱਕ ਰਹੀ। ਇਹ ਤਾਂ ਹੁਣ ਸਿੱਖ ਕਹਿੰਦੇ ਸੀਗੇ 84 ਦੇ ਸਮੇਂ ਤੋਂ ਲੈ ਕੇ ਅੱਜ ਤੱਕ। ਹੁਣ ਜਿਹੜੀਆਂ ਹੋਰ ਸੰਸਥਾਵਾਂ ਵੀ ਦੇਖਦੀਆਂ, UNO ਨੇ ਵੀ ਦੇਖਿਆ, UNO ਨੇ ਸਾਫ਼ ਕਹਿਤਾ ਕਿ ਜੱਗੀ ਨੂੰ ਇਸ ਕਾਰਨ ਕਰਕੇ ਚੱਕਿਆ ਕਰਕੇ ਉਹ ਸਿੱਖ ਆ, ਨਾਲੇ ਉਹ 84 ਦੀ ਗੱਲ ਕਰਦਾ ਸੀਗਾ। ਹੋਰ ਕੀ ਚਾਹੀਦਾ ਆ? ਨਾਲੇ ਉਹਨਾਂ ਨੇ ਜਿਹੜਾ ਇਹ ਸ਼ਬਦ ਵਰਤਿਆ ਆਰਬਿਟਰੀ ਡਿਟੈਂਸ਼ਨ, ਇਹ ਇੱਕ ਕਾਨੂੰਨੀ ਸ਼ਬਦ ਆ। ਇਹਦਾ ਮਤਲਬ ਕਿ ਉਹਨੂੰ ਜਿਹੜੀ ਗ੍ਰਿਫਤਾਰੀ ਉਹਦੀ ਕੀਤੀ ਆ, ਕਾਨੂੰਨ ਦੇ ਵਜੋਂ ਬਿਲਕੁਲ ਲਾਜ਼ਮੀ ਨਹੀਂ ਹੈਗੀ। ਉਹਨੂੰ ਗੈਰ ਕਾਨੂੰਨੀ ਗ੍ਰਿਫਤਾਰੀ ਦੇ ਤੌਰ ਦੇ ਉੱਤੇ ਕਾਨੂੰਨ ਦੇ ਨਜ਼ਰਾਂ ਦੇ ਵਿੱਚ ਦੇਖਿਆ ਜਾ ਰਿਹਾ। ਸੋ ਜਿਹੜੇ ਇੱਕ ਨੌਜਵਾਨ ਨੂੰ 5 ਸਾਲਾਂ ਵਾਸਤੇ ਹਿਰਾਸਤ ਦੇ ਵਿੱਚ ਬੰਦ ਕੀਤਾ ਆ, ਤਾਂ 5 ਸਾਲ ਦਾ ਜੇ ਅਸੀਂ ਸਮਾਂ ਦੇਖੀਏ, 2014 ਦੇ ਵਿੱਚ ਇਹ ਵੱਡਾ ਖੁਲਾਸਾ ਸਿੱਖ ਫੈਡਰੇਸ਼ਨ ਦੀ ਜਿਹੜੀ ਰਿਪੋਰਟ ਤਿਆਰ ਕੀਤੀ ਆ ਕਿ ਇੰਗਲੈਂਡ ਦੀ ਸਰਕਾਰ ਦਾ 84 ਦੇ ਵਿੱਚ ਹੱਥ ਸੀਗਾ। 15 ਦੇ ਵਿੱਚ ਮੋਦੀ ਇੱਥੇ ਆਉਂਦਾ ਆ, ਸਾਰੀ ਗੱਲ ਨੂੰ ਠੰਡ ਪਾਉਣ ਵਾਸਤੇ ਮੀਟਿੰਗ ਕਰਦਾ ਆ, ਸਰਕਾਰ ਨੂੰ ਇੱਕ ਪੱਤਰ ਫੜਾਉਂਦਾ ਹੈ, ਡੋਸੀਅਰ ਫੜਾਉਂਦਾ ਕਿ ਜਿਹੜੇ ਸਿੱਖ ਆ ਰੌਲਾ ਪਾਉਂਦੇ 84 ਦੀ ਗੱਲ ਕਰਦੇ, ਇਹਨਾਂ ਨੂੰ ਪਾਬੰਦੀਆਂ ਲਾਉਣੀਆਂ ਚਾਹੀਦੀਆਂ। 2016 ਦੇ ਵਿੱਚ ਮੋਹਨ ਭਗਵੰਤ ਇੱਥੇ ਆਉਂਦਾ, HSS RSS ਦਾ ਜਿਹੜਾ ਇੱਕ ਬਾਹਰਲੀ ਉਹਨਾਂ ਦੀ ਵਿੰਗ ਆ, ਉਹ ਇੱਥੇ ਆਣ ਕੇ ਵੱਡੀ ਮੀਟਿੰਗ ਕਰਦਾ। ਇੱਥੇ ਦੀ ਅੱਜ ਦੀ ਜਿਹੜੀ ਗ੍ਰਹਿ ਮੰਤਰੀ ਆ ਪ੍ਰੀਤੀ ਪਟੇਲ, ਉਹ ਉਸ ਫੰਕਸ਼ਨ ਦੇ ਵਿੱਚ ਉਹਦੇ ਹੱਕ ਦੇ ਵਿੱਚ ਬਿਆਨ ਦਿੰਦੀ ਆ। ਬਿਆਨ ਸਾਰੇ ਇਹ ਜਨਤਕ ਆ, ਤੁਸੀਂ ਜਾ ਕੇ ਪਬਲਿਕਲੀ ਦੇਖ ਸਕਦੇ ਆ। 17 ਦੇ ਵਿੱਚ ਜੱਗੀ ਨੂੰ ਫੜਿਆ ਜਾਂਦਾ, ਸਟਰੀਟਾਂ ਦੇ ਉੱਤੋਂ ਚੱਕਿਆ ਜਾਂਦਾ, ਜਿਹੜਾ ਅੱਜ ਪਤਾ ਲੱਗਦਾ ਕਿ ਇੱਥੋਂ ਦੀ ਸਰਕਾਰ ਨੇ ਉਹ ਇਨਫੋਰਮੇਸ਼ਨ ਉਹਨਾਂ ਨੂੰ ਦਿੱਤੀ ਆ ਕਿ ਇਸ ਬੰਦੇ ਨੂੰ ਚੱਕੋ। ਸੋ ਸਾਫ਼ ਨਜ਼ਰ ਆਉਂਦਾ ਕਿ ਇਹ ਸਰਕਾਰ ਸਿਆਸੀ ਤੌਰ ਦੇ ਉੱਤੇ ਇੰਡੀਆ ਨੂੰ ਆਪਣੀ ਵਫਾਦਾਰੀ ਪ੍ਰਗਟਾਉਣ ਵਾਸਤੇ ਸਿੱਖਾਂ ਨੂੰ ਤੰਗ ਕਰ ਰਿਹਾ ਆ, ਸਿੱਖਾਂ ਨੂੰ ਇੱਕ ਗਹਿਣੇ ਰੱਖ ਰਿਹਾ, ਸਿੱਖ ਕੌਮ ਦੇ ਜਿਹੜੇ ਮਸਲੇ ਆ ਸਾਰੇ। ਤਾਂ 2018 ਦੇ ਵਿੱਚ ਸਾਡੇ ਘਰਾਂ ਦੇ ਵਿੱਚ ਰੇਡ ਪੈਂਦੀ ਆ। 2018 ਤੋਂ ਬਾਅਦ 2019 ਦੇ ਵਿੱਚ ਫਿਰ ਗਾਂ ਸਿੱਖ ਯੂਥ UK ਦੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਦੁਬਾਰਾ ਫੇਰ ਰੇਡ ਪੈਂਦੀ ਆ। ਤਾਂ ਇਕੱਲੀਆਂ ਰੇਡਾਂ ਨਹੀਂ ਪੈਂਦੀਆਂ, ਅੱਜ ਤੱਕ ਨੌਜਵਾਨਾਂ ਨੂੰ ਇਹ ਤੰਗ ਕਰਦੇ ਆ। ਏਅਰਪੋਰਟਾਂ ਤੇ ਜਾਂਦੇ ਉੱਥੇ ਰੋਕਿਆ ਜਾਂਦਾ ਆ, ਸਵਾਲ ਪੁੱਛੇ ਜਾਂਦੇ ਆ,
ਪਰਿਵਾਰ ਦੇ ਮੈਂਬਰਾਂ ਤੱਕ ਇਹ ਤੰਗ ਕਰਨ ਨੂੰ ਇੱਥੋਂ ਦੀ ਪੁਲਿਸ ਪਹੁੰਚੀ ਹੋਈ ਆ। ਤੇ ਜਿਹੜੇ ਰਾਹ ਦੇ ਉੱਤੇ ਤੁਰੇ ਆ ਉਹਨਾਂ ਨੂੰ ਅਸਲੀਅਤ ਪਤਾ ਆ। ਤਾਂ 2020 ਦੇ ਵਿੱਚ 3 ਨੌਜਵਾਨ ਇਹਨਾਂ ਨੇ ਇੱਥੋਂ ਭਾਰਤ ਦੇ ਹਵਾਲੇ ਕਰਨ ਵਾਸਤੇ ਇੱਕ ਝੂਠੀ ਕੇਸ, ਐਡੀ ਵੱਡੀ ਝੂਠੀ ਕੇਸ ਉਹਨਾਂ ਨੇ ਬਣਾ ਕੇ ਰੱਖੀ, ਜਿਹੜੀ ਬਿਲਕੁਲ ਰੱਦ ਕੀਤੀ ਗਈ ਸੀ ਇੱਥੋਂ ਦੀ ਅਦਾਲਤ ਨੇ। ਸੋ ਸਾਨੂੰ ਸੁਚੇਤ ਹੋਣ ਦੀ ਇਹ ਲੋੜ ਆ ਕਿ ਜਿਹੜੀ ਜਸੂਸੀ ਸਾਡੇ ਕਮਿਊਨਿਟੀ ਦੇ ਵਿੱਚ ਹੁੰਦੀ ਆ ਉਹ ਕੋਈ ਅੰਗਰੇਜ਼ ਅਫਸਰ ਆਣ ਕੇ ਨਹੀਂ ਕਰ ਸਕਦਾ। ਕਰਕੇ ਅੰਗਰੇਜ਼ ਕੋਈ ਅਫਸਰ ਗੁਰਦੁਆਰੇ ਦੇ ਵਿੱਚ ਆਉਂਦਾ ਆ ਜਾਂ ਕਿਸੇ ਸਿੱਖ ਫੰਕਸ਼ਨ ਦੇ ਵਿੱਚ ਆਉਂਦਾ, ਲੋਕੀ ਉੱਦਾਂ ਹੀ ਦੇਖਦੇ ਆ ਕਿ ਇਹ ਬੰਦਾ ਕੌਣ ਆ। ਸੋ ਸਾਨੂੰ ਸੋਚਣਾ ਚਾਹੀਦਾ ਕਿ ਜਿਹੜੀ ਜਸੂਸੀ ਕਰ ਰਹੇ ਬੰਦੇ ਉਹ ਸਾਡੇ ਵਰਗੇ ਆ। ਸੰਤਾਂ ਦਾ ਵੀ ਕਹਿਣਾ ਸੀਗਾ ਕਿ ਜਿਹੜੇ CID ਕਰਦੇ ਆ ਉਹ ਸਾਡੇ ਵਰਗੇ ਦਸਤਾਰਾਂ ਗਾਤਰੇ ਪਾ ਕੇ ਦੀਵਾਨਾਂ ਦੇ ਵਿੱਚ ਅਣ ਕੇ CID ਕਰਦੇ ਤਾਂ ਸਰਕਾਰਾਂ ਨੂੰ ਇਨਫੋਰਮੇਸ਼ਨ ਦਿੰਦੇ। ਜਰਮਨੀ ਦੇ ਵਿੱਚ ਕਈ ਸਾਲ ਪਹਿਲਾਂ ਉੱਥੇ ਇੱਕ ਸਿੱਖ ਬੰਦੇ ਤਾਂ ਬੀਬੀ ਨੂੰ, ਹਸਬੈਂਡ ਵਾਈਫ ਸੀਗੇ ਦੋਨੇ, ਇੱਕ ਚੈਨਲ ਵਾਸਤੇ ਕੰਮ ਕਰ ਰਹੇ ਸੀਗੇ। ਤਾਂ ਉਹਨਾਂ ਨੂੰ ਜਰਮਨੀ ਦੀ ਕੋਰਟ ਨੇ ਸਜ਼ਾ ਦਿੱਤੀ ਕਿ ਤੁਸੀਂ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰॉ ਦੇ ਵਾਸਤੇ ਕੰਮ ਕਰ ਰਹੇ ਆ। ਦੇਖੋ ਕਿੱਡੀ ਵੱਡੀ ਗੱਲ ਆ ਕਿ ਕਿਸੇ ਸਿੱਖ ਮੀਡੀਆ ਚੈਨਲ ਦੇ EMPLOYEE ਇੰਡੀਆ ਦੀ ਏਜੰਸੀਆਂ ਨੂੰ ਇਨਫੋਰਮੇਸ਼ਨ ਦੇ ਰਹੇ ਆ। ਸੋ ਸਾਨੂੰ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ। ਜਿਹੜੀਆਂ ਸਾਡੀਆਂ ਪੰਥਕ ਜਥੇਬੰਦੀਆਂ ਆ ਜਿਨ੍ਹਾਂ ਨੇ ਬਿਲਕੁਲ ਕਲੀਅਰ ਕੀਤਾ ਆ ਕਿ ਉਹਨਾਂ ਨੇ ਪੰਥ ਦੇ ਹਿੱਤਾਂ ਦੀਆਂ ਗੱਲਾਂ ਕਰਨੀਆਂ ਆ, ਉਹਨਾਂ ਨੂੰ ਹੀ ਅਧਿਕਾਰ ਹੈਗਾ ਹੈ ਕਿ ਉਹ ਪੰਥ ਦੀ ਗੱਲ ਕਰ ਸਕਣ। ਜਿਹੜਾ ਕੋਈ ਸਰਕਾਰੀ ਅਹੁਦਾ ਲੈ ਕੇ ਜਾਂ ਕੋਈ ਸਰਕਾਰੀ ਮਹਿਕਮੇ ਦੇ ਵਿੱਚੋਂ ਨਿਕਲ ਕੇ ਕੋਈ ਜਥੇਬੰਦੀ ਬਣਾਉਂਦਾ, ਭਾਵੇਂ ਉਹਦੇ ਵਿੱਚ ਸਿੱਖ ਵੀ ਰੱਖਿਆ ਹੋਵੇ, ਉਹ ਸਾਡੇ ਹਿੱਤਾਂ ਦੀ ਗੱਲ ਨਹੀਂ ਕਰ ਸਕਦਾ। ਤਾਂ ਇਹ ਸਾਡੀ ਵਫਾਦਾਰੀ ਸਰਕਾਰ ਨੂੰ ਪ੍ਰਗਟਾਉਣ ਵਾਸਤੇ, ਜਿਹਨੂੰ ਰੈਪਰੈਜ਼ੈਂਟੇਸ਼ਨ ਪੋਲਿਟਿਕਸ ਕਹਿੰਦੇ ਆ, ਪੰਜਾਬੀ ਦੇ ਵਿੱਚ ਉਹਨੂੰ ਅਸੀਂ ਕਹਿ ਸਕਦੇ ਹਾਂ ਕਿ ਦਿਖਾਵੇ ਦੀ ਸਿਆਸਤ ਜਿਹੜੀ ਕਰਦੇ ਆ ਸਾਡੇ ਵਰਗੇ ਪਹਿਰਾਵੇ ਦੇ ਵਿੱਚ, ਪਰ ਉਹਨਾਂ ਨੇ ਗੱਲ ਸਰਕਾਰ ਦੀ ਕਰਨੀ ਹੁੰਦੀ ਆ ਕਮਿਊਨਿਟੀ ਦੇ ਵਿੱਚ ਆਣ ਕੇ। ਇੱਦਾਂ ਦਾ ਹੁਣ ਇੱਕ ਦੌਰ ਸ਼ੁਰੂ ਹੋਇਆ ਕਿ ਸੰਸਥਾਵਾਂ ਖੁੱਲੀਆਂ ਆ, ਨਾਂ ਵਿੱਚ ਸਿੱਖ ਰੱਖਿਆ ਹੋਇਆ, ਪਰ ਕੰਮ ਪੂਰੇ ਸਰਕਾਰ ਦੇ ਕਰਦੇ ਆ। ਤਾਂ ਇਹ 18ਵੀਂ ਸਦੀ ਤੋਂ ਲੈ ਕੇ ਅੱਜ ਤੱਕ ਇਹ ਦੌਰ ਲਗਾਤਾਰ ਚੱਲਦਾ ਆ ਰਿਹਾ ਕਿ ਸਿੱਖਾਂ ਨੂੰ ਫੌਜ ਦੇ ਵਿੱਚ ਤਾਂ ਪੁਲਿਸ ਦੇ ਵਿੱਚ ਭਰਤੀ ਕਰੋ, ਤਾਂ ਸਿੱਖਾਂ ਨੂੰ ਸਰਕਾਰ ਦੇ ਵਾਸਤੇ ਕੰਮ ਕਰਾਵੋ। ਤਾਂ ਉਹਦੇ ਪਿੱਛੇ ਕਾਰਨ ਹੀ ਆ ਕਿ ਜੇ ਸਿੱਖ ਇਕਜੁੱਟ ਹੋ ਜਾਣ, ਆਪਣੀ ਆਜ਼ਾਦੀ ਦੀ, ਆਪਣੇ ਪਾਤਸ਼ਾਹੀ ਦੀ ਗੱਲ ਕਰਨ ਲੱਗ ਪੈਣ, ਤਾਂ ਫਿਰ ਇਹਨਾਂ ਨੇ ਸਰਕਾਰ ਦੇ ਨਾਲ ਲੜਨਾ, ਇਹਨਾਂ ਨੇ ਬਾਗੀ ਹੋ ਜਾਣਾ। ਸੋ ਇਹਨਾਂ ਨੂੰ ਕੈਦ ਰੱਖਣ ਵਾਸਤੇ ਇੱਕੋ ਹੀ ਤਰੀਕਾ ਆ ਕਿ ਜਾਂ ਇਹਨਾਂ ਦੇ ਉੱਤੇ ਤਸੱਦਦ ਕਰੋ, ਜਾਂ ਇਹਨਾਂ ਦੇ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟੋ, ਜਾਂ ਨੌਜਵਾਨਾਂ ਨੂੰ ਲੈ ਕੇ ਤੁਸੀਂ ਆਪਣੀ ਫੌਜ ਦੇ ਵਿੱਚ, ਆਪਣੀ ਪੁਲਿਸ ਦੇ ਵਿੱਚ ਭਰਤੀ ਕਰਕੇ ਕੌਮ ਦੇ ਖਿਲਾਫ ਵਰਤੋ। ਸੋ ਇਹ ਸਾਨੂੰ ਸੁਚੇਤ ਹੋਣ ਦੀ ਲੋੜ ਆ। ਹਾਂਜੀ ਭਾਜੀ, just a very quick one. Obviously ਇਹ TV is a channel as to air all sides, whatever, you know, and what I'm saying that, just to clarify that, not all ਜਿਹੜੇ ਵੀ ਸਿੱਖ ਪੁਲਿਸ 'ਚ ਜਾਂਦੇ ਆ ਜਾਂ ਸਰਕਾਰ ਵਿੱਚ ਗਵਰਨਮੈਂਟ ਹੁੰਦੇ ਡਿਪਾਰਟਮੈਂਟ ਵਿੱਚ ਕੰਮ ਕਰਦੇ, ਇੱਦਾਂ ਅਸੀਂ ਉਹਨਾਂ ਦੇ ਸਾਰਿਆਂ ਦੇ ਸੁੱਟ ਸਕਦੇ ਹੈਗੇ ਕਿ ਇਹ ਇੱਦਾਂ ਹੋ ਰਿਹਾ। ਬਹੁਤ ਸੋਹਣਾ ਕੰਮ ਵੀ ਨੌਜਵਾਨ ਕਰ ਰਹੇ ਹੈਗੇ ਆ, ਤਰੱਕੀਆਂ ਕਰ ਰਹੇ ਹੈਗੇ ਆ, and they're doing their work. That doesn't necessarily mean ਕਿ ਉਹ ਕਰ ਰਹੇ ਹੈਗੇ ਆ, ਕੀ ਕਹਿੰਦੇ ਹੁੰਦੇ ਆ, spying on the Sikh ਕੌਮ। ਬਟ ਇਹ ਗੱਲ ਹੈਗੀ। ਪਰ ਦੂਜੀ ਗੱਲ ਇਹ ਵੀ ਆਉਂਦੀ ਆ ਭਾਜੀ ਕਿ ਜਿਹੜੀ ਸਰਕਾਰਾਂ ਹੁੰਦੀਆਂ, do they normally share intelligence? Is this a normal thing, or is this happening more due to the UK leaving ਕੀ ਕਹਿੰਦੇ ਹੁੰਦੇ ਆ the EU? ਸੋ ਜਿਹੜੀ ਜਦੋਂ 2018 ਦੇ ਵਿੱਚ ਰੇਡਾਂ ਵੱਜੀਆਂ ਸੀ, ਉਦੋਂ ਸਾਰੇ ਨੌਜਵਾਨਾਂ ਦੇ ਨਾਂ ਇੰਡੀਆ ਦੀ ਨਿਊਜ਼ਪੇਪਰਾਂ ਦੇ ਵਿੱਚ, ਜਿੰਨੇ ਉਹਨਾਂ ਦੇ ਰਾਸ਼ਟਰਵਾਦੀ ਅਖਬਾਰਾਂ ਆ, ਸਾਰੇ ਨੌਜਵਾਨਾਂ ਦੇ ਪੂਰੇ ਨਾਂ ਉਹਨਾਂ ਅਖਬਾਰਾਂ ਦੇ ਵਿੱਚ ਆਏ ਸੀਗੇ। ਸੋ ਉਹ ਨਾਂ ਸਿਰਫ ਤਾਂ ਸਿਰਫ ਇੱਥੋਂ ਦੀ ਪੁਲਿਸ ਦੇ ਸਕਦੀ ਆ, ਕਰਕੇ ਕਿਤੇ ਇੱਥੇ ਦੇ ਉੱਤੇ ਪੱਤਰਕਾਰਾਂ ਨੂੰ ਨਹੀਂ ਪਤਾ ਨਹੀਂ ਸੀਗਾ ਕਿ ਕਿਹੜੇ ਨੌਜਵਾਨਾਂ ਦੇ ਘਰਾਂ ਦੇ ਉੱਤੇ ਰੇਡਾਂ ਵੱਜੀਆਂ ਆ। ਸੋ ਇੰਡੀਆ ਦੇ ਵਿੱਚ ਬੈਠੇ ਪੱਤਰਕਾਰ ਨੂੰ ਕਿੱਦਾਂ ਪਤਾ ਆ ਕਿ ਇਹਨਾਂ ਨੌਜਵਾਨਾਂ ਦੇ ਪੂਰੇ ਨਾਂ ਕੀ ਆ। ਸੋ ਉੱਥੇ ਉਸ ਟਾਈਮ ਕੰਪਲੇਨ ਵੀ ਕੀਤੀ ਸੀਗੀ ਪੁਲਿਸ ਨੂੰ ਕਿ ਤੁਸੀਂ ਕੀਤੀ ਸੀਗੀ, ਉਹਦੀ ਰਿਜ਼ਲਟ ਕੀ ਨਿਕਲੀ? ਕੰਪਲੇਂਟ ਕੀਤੀ ਸੀਗੀ, ਉਹਦਾ ਰਿਜ਼ਲਟ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ, ਉਹਨਾਂ ਨੇ ਗੱਲ ਬਸ ਟਾਲ ਦਿੱਤੀ। ਤਾਂ ਉਹਦੇ ਵਿੱਚੋਂ ਸਾਫ਼ ਪਤਾ ਲੱਗਦਾ, ਕਰਕੇ ਸਾਡਾ ਸਵਾਲ ਸੀਗਾ ਕਿ ਜਿਹੜੇ ਨਾਂ ਆ ਇਹ ਪੁਲਿਸ ਦੇ ਕੋਲ ਆ। ਜਿਹੜੀ ਕਾਲਜ ਆਫ ਪੁਲਿਸ ਦੀ ਇੱਥੇ ਦੀ ਗਾਈਡਲਾਈਨ ਆ, ਉਹ ਕਹਿੰਦੀ ਆ ਕਿ ਜਿੰਨੇ ਚਿਰ ਚਾਰਜ ਨਹੀਂ ਲਾਏ ਜਾਂਦੇ ਤੁਸੀਂ ਨਾਂ ਪਬਲਿਕ ਨਹੀਂ ਕਰ ਸਕਦੇ ਹੁੰਦੇ। ਸੋ ਉਹਨਾਂ ਨੂੰ ਨਾਂ ਕਿੱਦਾਂ ਪਤਾ? ਉਹਨਾਂ ਦੇ ਇਹ ਸਾਫ਼ ਦਿਖਾਉਂਦਾ ਆ। ਤਾਂ ਇੱਥੋਂ ਦੀ ਪੁਲਿਸ ਦੀ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਕਿ ਸਾਰੇ ਪੁਲਿਸ ਅਫਸਰ ਮਾਰੇ ਨਹੀਂ ਹੁੰਦੇ, ਜਿਹੜੇ ਕੋਈ ਵੀ ਇਮਾਨਦਾਰੀ ਦੇ ਨਾਲ ਲੈ ਕੇ ਕੋਈ ਵੀ ਸਿੱਖ ਆਪਣੀ ਕਿਰਤ ਕਮਾਈ ਕਰਦਾ ਆ, ਉਹ ਬਹੁਤ ਵਧੀਆ ਗੱਲ ਆ, ਕਰਕੇ ਸਾਡੇ ਧਰਮ ਦੇ ਵਿੱਚ ਗੱਲ ਆ।
ਪਰ ਜਦੋਂ ਤੁਸੀਂ ਫੌਜ ਤਾਂ ਪੁਲਿਸ ਦੇ ਵਿੱਚ ਜਾਂਦੇ ਆ, ਉੱਥੇ ਤੁਹਾਡੀ ਮਨਮਰਜ਼ੀ ਕਰਨ ਦਾ ਜਗ੍ਹਾ ਨਹੀਂ ਹੁੰਦੀ। ਉੱਥੇ ਜੋ ਤੁਹਾਡੇ ਅਫਸਰ ਕਹਿੰਦੇ ਆ ਉਹ ਤੁਹਾਨੂੰ ਕਰਨਾ ਪੈਂਦਾ ਆ। ਤਾਂ ਉਹਨਾਂ ਦੇ ਅਫਸਰਾਂ ਦੇ ਬਿਆਨ ਆ ਜਿਹੜੇ ਪਬਲਿਕ ਆ, ਜਿਹੜੇ ਕਹਿੰਦੇ ਆ ਕਿ ਜਿਹੜੀ ਵੈਸਟ ਮਿਡਲੈਂਡ ਪੁਲਿਸ ਦੀ ਆ, ਜਿਹੜੀ ਸਿੱਖ ਕਮਿਊਨਿਟੀ ਦੇ ਨਾਲ ਕੰਮ ਕਰਦੇ ਆ, ਉਹਨਾਂ ਦਾ ਆਪਰੇਸ਼ਨਲ ਰੋਲ ਆ ਕਿ ਉਹਨਾਂ ਨੇ ਜਸੂਸੀ ਵੀ ਕਰਨੀ ਆ। ਗੁਰਦੁਆਰੇ ਦੇ ਵਿੱਚ ਇਹਨਾਂ ਨੇ ਸਟੋਲ ਲਾਇਆ ਸੀਗਾ ਇੱਥੇ ਸਾਊਥ ਹਾਲ ਗੁਰਦੁਆਰੇ ਦੇ ਵਿੱਚ, ਤਾਂ ਇਹ ਸਿੱਖਾਂ ਨੂੰ ਭਰਤੀ ਕਰਨ ਸਟੋਲ ਲਾਇਆ ਸੀਗਾ। ਤਾਂ ਉਹ ਇੱਕ ਬੰਦਾ ਜਿਹੜਾ ਸਟੋਲ ਦੇ ਵਿੱਚ ਸੀਗਾ, ਜਦੋਂ ਵੈਸਟ ਮਿਡਲੈਂਡਸ 3 ਦਾ ਪ੍ਰੋਟੈਸਟ ਹੋਇਆ, ਉਹੀ ਪੁਲਿਸ ਵਾਲਾ ਪਲੇਨ ਵਰਦੀਆਂ ਦੇ ਵਿੱਚ ਫੋਟੋਆਂ ਖਿੱਚਦਾ ਸੀਗਾ ਨੌਜਵਾਨਾਂ ਦਾ। ਸੋ ਇਹ ਗੱਲ ਬਿਲਕੁਲ ਫੈਕਚੁਅਲ ਗੱਲ ਆ, ਬਲੈਕ ਐਂਡ ਵਾਈਟ ਗੱਲ ਆ ਕਿ ਜਿਹੜੇ ਕਮਿਊਨਿਟੀ ਲੀਏਜ਼ਨ ਆਫਿਸਰ ਆ, ਰਿਪਰੀਵ ਵਰਗੇ ਆਰਗੇਨਾਈਜੇਸ਼ਨ, ਲਿਬਰਟੀ ਵਰਗੇ ਆਰਗੇਨਾਈਜੇਸ਼ਨ, ਜਿਹੜੀ ਇੱਥੋਂ ਦੀਆਂ ਸੰਸਥਾਵਾਂ ਆ, ਉਹਨਾਂ ਦਾ ਕੰਮ ਜਾ ਕੇ ਦੇਖ ਲਓ। ਬਿਲਕੁਲ ਕਲੀਅਰਲੀ ਕਹਿੰਦੇ ਆ ਜਿਹੜਾ ਪੁਲਿਸ ਕਮਿਊਨਿਟੀ ਲੀਏਜ਼ਨ ਦਾ ਫੰਕਸ਼ਨ ਆ ਕਿ ਤਾਲਮੇਲ ਕਰਨਾ ਕਮਿਊਨਿਟੀਆਂ ਦੇ ਨਾਲ, ਉਹ ਫੰਕਸ਼ਨ ਜਸੂਸੀ ਵਾਸਤੇ ਆਮ ਤੌਰ ਦੇ ਉੱਤੇ ਵਰਤਿਆ ਜਾਂਦਾ ਆ। ਸੋ ਇਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਕਿ ਸਾਨੂੰ ਸੁਚੇਤ ਹੋਣ ਦੀ ਲੋੜ ਆ। ਸਾਡੇ ਭਾਵਨਾਵਾਂ ਦੇ ਨਾਲ, ਸਾਡੇ ਮੁੱਦਿਆਂ ਦੇ ਨਾਲ ਮੋਰ ਦੇ ਉੱਤੇ ਖਿਲਵਾੜ ਕੀਤਾ ਜਾਂਦਾ ਆ। ਇੱਥੋਂ ਦੀ ਸਰਕਾਰ ਇੱਕ ਪਾਸੇ ਫੋਟੋਆਂ ਦੇ ਰਹੀ ਸੀ ਜੱਗੀ ਦੀਆਂ, ਤਾਂ ਇੱਥੋਂ ਦੇ ਸਿੰਘਾਂ ਦੀਆਂ ਫੋਟੋਆਂ ਜੱਗੀ ਨੂੰ ਕੈਦ ਦੇ ਵਿੱਚ ਦਿਖਾ ਰਹੇ ਸੀਗੇ, ਉਹਨਾਂ ਦੀਆਂ ਸਿੰਘਣੀਆਂ ਦੀਆਂ ਫੋਟੋਆਂ ਦਿਖਾ ਰਹੇ ਸੀਗੇ ਜੱਗੀ ਨੂੰ ਇੰਡੀਆ ਦੇ ਵਿੱਚ। ਉਹ ਫੋਟੋਆਂ ਇੱਥੋਂ ਦੀ ਪੁਲਿਸ ਨੇ ਦਿੱਤੀਆਂ। ਤਾਂ ਉਹ ਨਾਲੇ ਹੁਣ ਇਹ ਵੀ ਬਿਲਕੁਲ ਬਲੈਕ ਐਂਡ ਵਾਈਟ 'ਚ ਪਤਾ ਲੱਗ ਗਿਆ ਕਿ ਇੱਥੋਂ ਦੀ ਸਰਕਾਰ ਦਾ ਵਿੱਚ ਹੱਥ ਆ। ਬਹੁਤ ਵੱਡੀ ਸ਼ੱਕ ਦੇ ਤੌਰ ਦੇ ਉੱਤੇ ਇੱਥੋਂ ਦੀਆਂ ਸੰਸਥਾਵਾਂ ਕਹਿ ਰਹੀਆਂ ਕਿ ਜੱਗੀ ਦੇ ਗ੍ਰਿਫਤਾਰੀ ਦੇ ਵਿੱਚ ਇੱਥੋਂ ਦੀਆਂ ਜਾਂਚ ਏਜੰਸੀਆਂ ਦਾ ਹੱਥ ਆ। ਦੂਜੇ ਪਾਸੇ ਇਹ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਆ, ਅਸੀਂ ਮੀਟਿੰਗਾਂ ਕਰਦੇ ਆ, ਸਾਨੂੰ ਦਿੰਦੇ। ਸੋ ਸਾਨੂੰ ਬਸ ਇਹੀ ਗੱਲ ਆ ਕਿ ਸਾਨੂੰ ਸੁਚੇਤ ਹੋਣਾ ਚਾਹੀਦਾ। ਜਿਹੜੇ ਪੁਲਿਸ ਮੰਤਰੀ ਵਗੈਰਾ ਗੁਰੂ ਦੇ ਦਰਬਾਰ ਦੇ ਵਿੱਚ ਆਉਂਦੇ ਆ, ਉਹਨਾਂ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ। ਤਾਂ ਸਾਨੂੰ ਆਪਣੇ ਕੌਮੀ ਹਿੱਤ ਇੱਕ ਵਾਰੀ ਫੇਰ ਉਹਨਾਂ ਦੇ ਉੱਤੇ ਨਿਰਭਰ ਹੋਣਾ ਪੈਣਾ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਤੁਹਾਡੇ ਆਪਣੇ ਖਿਆਲ ਨੇ, ਪਰ ਲਾਈਕ ਆਈ ਸੈਡ ਸਾਰੇ ਨਹੀਂ ਹੁੰਦੇ ਇੱਦਾਂ ਹੁੰਦੇ, ਡਿਪਾਰਟਮੈਂਟਲ ਰੋਲ ਹੁੰਦੇ ਆ, ਡਿਫਰੈਂਟ ਬ੍ਰਾਂਚਿਸ ਹੁੰਦੀਆਂ ਵਾ, ਐਂਡ ਉਹਦੇ ਵਿੱਚ ਯੂ ਰਾਈਟ ਇੱਦਾਂ ਦੀ ਚੀਜ਼ਾਂ ਹੋਣੀਆਂ ਪੈਂਦੀਆਂ। ਯੂ ਹੈਵ ਟੂ ਲਿਸਨ ਟੂ ਵਾਟਐਵਰ ਦ ਆਰਡਰਸ ਆਰ ਫਰਮ ਅਬਵ। ਪਰ ਉਹਦੇ ਨਾਲ ਇਟ ਇਜ਼ ਡਿਪਾਰਟਮੈਂਟਲ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹੜੀ ਡਿਪਾਰਟਮੈਂਟ 'ਚ ਤੁਸੀਂ ਜੋਬ ਲੈ ਕੇ ਲੱਗੇ ਆ, ਤੇ ਉਹਦੇ ਨਾਲ ਤੁਹਾਨੂੰ ਪਤਾ ਅੱਜ ਕਿ ਕੀ ਹੋ ਸਕਦਾ। ਤੇ ਨਾ ਸਭ ਚੀਜ਼ ਸਿੱਖ ਸੋਚਣਾ ਚਾਹੀਦਾ। ਪਰ ਬਾਜੀ ਗੁਰਪ੍ਰੀਤ ਸਿੰਘ, ਮਤਲਬ ਇੱਕ ਸਵਾਲ ਪੁੱਛਣਾ ਚਾਹੁੰਦਾ, ਜਿਹੜਾ ਤੁਸੀਂ ਗੱਲ ਕੀਤੀ ਕਿ ਮੰਡੇ ਇਹਨਾਂ ਨੇ ਇੰਨਾ ਵੱਡਾ ਖੁਲਾਸਾ ਨਿਕਲਿਆ ਕਿ ਸਰਕਾਰ ਇੱਥੇ ਦੀ ਇੰਟੈਲੀਜੈਂਸ ਏਜੰਸੀ ਨੇ ਉੱਥੇ ਖਬਰ ਦਿੱਤੀ, ਤੁਹਾਡੇ ਮੁਤਾਬਕ ਇੱਥੇ ਦੀ ਸਰਕਾਰ ਦੀ ਇੰਟੈਲੀਜੈਂਸ ਨੂੰ ਪਤਾ ਹੋਊਗਾ ਕਿ ਉਹਦੇ ਨਾਲ ਕੀ ਹੋਊਗਾ ਜਦੋਂ ਉਹ ਇਹ ਇਨਫੋਰਮੇਸ਼ਨ ਉੱਤੇ ਦੇਣਗੇ? ਯੈਸ, ਕਰਕੇ ਜਦੋਂ ਰਿਪਰੀਵ ਨੇ ਇਹ ਰਿਪੋਰਟ ਲੱਭੀ ਇਸ ਕਰਕੇ ਸੀ ਕਿਉਂਕਿ ਰਿਪਰੀਵ ਨੇ ਅੱਗੇ ਕੇਸ ਵਿੱਚ ਡੀਲ ਕੀਤਾ ਸੀ, ਜਿਹਦੇ ਵਿੱਚ ਇੱਥੇ ਦੀ ਸਰਕਾਰ ਨੇ ਖਬਰ ਦਿੱਤੀ ਸੀ ਤੇ ਉਹ ਬੰਦੇ ਤੇ ਟੌਰਚਰ ਕੀਤਾ ਗਿਆ। ਤੇ ਉਸ ਤੋਂ ਬਾਅਦ ਇਹਨਾਂ ਨੇ ਡੇਵਿਡ ਡੇਵਿਸ ਨੇ ਵੀ ਕਿਹਾ ਵਾ, ਜਦੋਂ MP ਹੋਰ ਵੀ ਆ, ਉਹ ਕਹਿੰਦੇ ਓ ਮਾਈ ਗੋਡ ਇਹ ਸਿੱਖੇ ਨਹੀਂ। ਉਸ ਵੇਲੇ ਉਹ ਬੰਦੇ ਨੇ ਇਹ ਗੱਲ ਕਹੀ ਸੀ, ਉਹ ਕਹਿੰਦਾ ਮੈਨੂੰ ਪੈਸੇ ਨਹੀਂ ਚਾਹੀਦੇ, ਮੈਨੂੰ ਮਾਫੀ ਚਾਹੀਦੀ ਆ। ਉਹ ਸਰਕਾਰ ਨੂੰ ਪਾਰਲੀਮੈਂਟ ਵਿੱਚ ਖੜ ਕੇ ਮਾਫੀ ਮੰਗਣੀ ਪਈ ਸੀ ਜੋ ਇਹਦੇ ਨਾਲ ਹੋਇਆ ਸੀ ਉਸ ਇੱਕ ਵਿਅਕਤੀ ਦੇ ਨਾਲ। ਉਸ ਤੋਂ ਬਾਅਦ ਰਿਪਰੀਵ ਵੀ ਕੈਂਪੇਨ ਕਰਨ ਰਹੀ ਆ ਤੇ ਇਹਨਾਂ ਨੇ ਫਿਰ ਜਦੋਂ ਪੇਪਰ, ਹੁਣ ਤੁਹਾਨੂੰ ਪਤਾ ਜਿਹੜੇ ਬੰਦੇ ਨੂੰ, ਜਿਹੜੀ ਆਰਗੇਨਾਈਜੇਸ਼ਨ ਨੂੰ ਇਸ ਕੰਮ ਵਿੱਚ ਹੁੰਦਾ, ਉਹ ਫਿਰ ਪੇਪਰ ਦੇਖਦੇ ਰਹਿੰਦੇ ਆ। ਨਹੀਂ ਤਾਂ ਸਾਰਿਆਂ ਨੇ ਮਿਸ ਕਰ ਦੇਣੀ ਸੀ, ਕਿਸੇ ਨੇ ਨਹੀਂ ਚੱਕਣੀ ਸੀ ਉਹਨਾਂ ਨੇ, ਕਿਉਂਕਿ ਉਹ ਇੱਕ ਅਹੁਦੇ ਤੇ ਤੁਰੇ ਆ ਜਿਹੜੇ ਕਹਿੰਦੇ ਸੀ ਕਿ ਇਹ ਇੰਟੈਲੀਜੈਂਸ ਸ਼ੇਅਰਿੰਗ ਹੋਣੀ ਨਹੀਂ ਚਾਹੀਦੀ, ਸਪੈਸ਼ਲੀ ਉਸ ਮੁਲਕ ਨਾਲ ਜਿੱਥੇ ਤੁਹਾਨੂੰ ਪਤਾ ਵਾ ਕਿ ਉਸ ਬੰਦੇ ਤੇ ਡੇਂਜਰ ਹੋ ਸਕਦਾ। ਦੂਸਰੀ ਗੱਲ, ਰਿਪਰੀਵ ਵਾਲੇ ਵੀ ਕਹਿੰਦੇ ਆ, ਮਾਰਟਨ ਨੇ ਵੀ ਹੁਣ ਕਿਹਾ ਕਿ ਜੇ ਜੱਗੀ ਦਾ ਕਸੂਰ ਸੀ ਕੁਛ ਜੋ ਕਹਿੰਦੇ ਕੀਤਾ ਉਹਨੇ, ਜਿੱਦਾਂ ਤਿੰਨਾਂ ਸਿੰਘਾਂ ਦੀ ਐਕਸਟ੍ਰੈਡੀਸ਼ਨ ਮੰਗੀ ਸੀ, ਰੋਂਗਲੀ ਮੰਗੀ ਸੀ, ਇਸ ਹਿਸਾਬ ਨਾਲ ਜੱਗੀ ਦੀ ਵੀ ਐਕਸਟ੍ਰੈਡੀਸ਼ਨ ਮੰਗ ਕੇ ਲੀਗਲੀ ਉਹਨੂੰ ਲੈ ਕੇ ਜਾ ਸਕਦੇ ਸੀ। ਜਿਸ ਹਿਸਾਬ ਨਾਲ ਸਾਰਾ ਕੁਝ ਕੀਤਾ ਉਸ ਵੇਲੇ ਨਹੀਂ, ਇੱਦਾਂ ਨਹੀਂ ਹੋਣੀ ਚਾਹੀਦੀ ਸੀ। ਸੋ ਇਹ ਕਾਫੀ ਪੁਆਇੰਟ ਆ ਇਹਦੇ ਵਿੱਚ ਜਿਹੜੇ ਆਉਂਦੇ ਆ। ਦੂਸਰੀ ਗੱਲ ਹੈ, ਸਰਕਾਰ ਨੂੰ ਪਤਾ ਸੀ ਕਿਉਂਕਿ ਸਰਕਾਰ ਨੂੰ ਪ੍ਰੀ ਐਕਸ਼ਨ ਪ੍ਰੋਟੋਕਾਲ ਲੈਟਰ ਗਿਆ ਸੀ ਅੱਗੇ। ਇਹ ਅਸੀਂ ਗੱਲਾਂ ਅੱਗੇ ਮੈਂ ਕੀਤੀਆਂ ਨਹੀਂ ਕਿਉਂਕਿ ਹੁਣ ਅਸੀਂ ਓਪਨਲੀ ਕਰ ਸਕਦੇ ਆ ਇਹਦੇ ਬਾਰੇ। ਪ੍ਰੀ ਐਕਸ਼ਨ ਪ੍ਰੋਟੋਕਾਲ ਲੈਟਰ ਗਿਆ ਸੀ ਸਰਕਾਰ ਨੂੰ, ਤਾਂ ਉਹਨਾਂ ਨੂੰ ਪਤਾ ਸੀ। ਉਰੋਂ ਵੀ ਉਹਨਾਂ ਨੇ ਕਹਿਤਾ ਸੀ ਨੀਦਰ ਕਨਫਰਮ ਨੋਟ ਡਿਨਾਈ। 3 ਚੀਜ਼ਾਂ ਕਹਿ ਸਕਦੀ ਸਰਕਾਰ, ਅਸੀਂ ਕੀਤਾ, ਅਸੀਂ ਨਹੀਂ ਕੀਤਾ, ਜਾਂ ਅਸੀਂ ਨੀਦਰ ਕਨਫਰਮ ਨੋਟ ਡਿਨਾਈ।
ਹੁਣ ਜਿਹੜੇ ਦੋ ਉਹਦੇ ਚੀਜ਼ਾਂ ਵਿੱਚੋਂ ਜੇ ਤਾਂ ਨਾ ਕਹਿ ਦਿੰਦੀ ਫਿਰ ਸਾਫ਼ ਕਹਿੰਦੇ ਅਸੀਂ ਉਹਨੇ ਫਿਰ ਕੰਟੈਸਟ ਪੂਰਾ ਕਰਦੇ। ਜਿਹੜੇ ਦੂਜੇ ਦੋ ਅੱਜ ਹਾਂ ਮੰਨ ਗਈ ਫਿਰ ਤਾਂ ਆਪਾਂ ਨੂੰ ਪਤਾ ਹੈ ਕੀ ਹੋਣਾ। ਤੇ ਜਿਹੜਾ ਨੀਦਰ ਕਨਫਰਮ ਨੋਟ ਡਿਨਾਈ, ਇਹ ਇੱਕ ਚੀਜ਼ ਦਾ ਮਤਲਬ ਆ ਕਿ ਅਸੀਂ ਕੀਤਾ। ਸੋ ਇਹ ਕਾਫੀ ਚੀਜ਼ਾਂ ਵਿੱਚੋਂ ਆ ਜਾਂਦੀਆਂ ਵਾ, ਜਦੋਂ ਕੇਸ ਅੱਗੇ ਵੀ ਜਾਣਾ ਵਾ, ਅੱਗੇ ਬਹੁਤ ਚੀਜ਼ਾਂ ਨਿਕਲਣੀਆਂ ਵੀ ਆ। ਕਈ ਚੀਜ਼ਾਂ ਤਾਂ ਇਹਨਾਂ ਨੇ ਉੱਦੇ ਕਹਿ ਰਹਿਣਾ ਇੰਟੈਲੀਜੈਂਸ ਵਿੱਚ ਅਸੀਂ ਸ਼ੇਅਰ ਨਹੀਂ ਕਰ ਸਕਦੇ। ਸੋ ਇਸ ਕਰਕੇ ਅੱਗੇ ਵੀ ਸਰਕਾਰ ਕਰ ਹਟੀ ਆ, ਹੁਣ ਵੀ ਕਰਨ ਡਈ ਆ, ਪਰ ਜਿਹੜਾ ਹੁਣ ਕਰਨ ਡਈ ਆ ਇਹਦਾ ਬਹੁਤ ਵੱਡਾ ਇੱਕ ਚੀਜ਼ ਜਿਹੜੀ ਨਿਕਲੀ ਆ, ਜਿਹੜਾ ਨੈਸ਼ਨੈਲਿਟੀ ਬਿੱਲ ਬਣਿਆ ਵਾ, ਉਹਦੇ ਵਿੱਚ ਹੈਗਾ ਸੀ ਮਿਨਿਸਟਰ ਕੁਛ ਗਲਤ ਕਰੋਗੇ ਉਹਨਾਂ ਨੂੰ ਪੂਰਾ ਪਾਰਡਨ ਮਿਲ ਜੂਗਾ, ਕਿ ਉਹ 'ਤੇ ਕੋਈ ਕੇਸ ਨਹੀਂ ਕਰ ਸਕਦਾ। ਤੇ ਇਸ ਕਰਕੇ ਆਹ ਚੀਜ਼ ਇੱਕ ਹੋਰ ਵੱਡੀ ਗੱਲ ਬਣ ਗਈ। ਹੁਣ ਤੁਸੀਂ ਦੇਖਿਆ ਹੋਣਾ ਸਟੀਵ ਬੇਕਰ ਕੰਜ਼ਰਵੇਟਿਵ MP, ਡੇਵਿਡ ਡੇਵਿਸ ਤਾਂ ਅੱਗੇ ਖੜਦਾ ਵਾ, ਜਿੱਥੇ ਗਲਤ ਹੁੰਦਾ ਉਹ ਖੜਦਾ ਕੰਜ਼ਰਵੇਟਿਵ MP, ਉਹ ਵੀ ਬੋਲਿਆ। ਹੁਣ ਕੰਜ਼ਰਵੇਟਿਵ MP ਵੀ ਬੋਲਣ ਲੱਗ ਪਿਆ ਕਿ ਗਲਤ ਹੋਣ ਡਿਆ ਵਾ, ਇਹਦੇ ਵਿੱਚ ਕਿਉਂ ਹੋਣ ਡਿਆ ਵਾ। ਤੇ ਹੁਣ ਕਾਫੀ ਹੋਰ MPਆਂ ਨੇ ਵੀ ਬੋਲਣਾ, ਕਿਉਂਕਿ ਹੁਣ ਆ ਗਈ ਆ ਇੰਟੈਲੀਜੈਂਸ ਦੀ ਗੱਲ, ਜਿੱਥੇ ਬ੍ਰਿਟਿਸ਼ ਨੈਸ਼ਨਲ ਨੂੰ ਇਹ ਸਹਿਣਾ ਪਿਆ। ਪਰ ਤੁਸੀਂ ਦੇਖਿਆ ਵੀ ਉਹਨਾਂ ਮੇਰੀ ਰਿਪੋਰਟ ਆ ਜਿਹੜੀ ਮੀਡੀਆ ਵਿੱਚ ਆਈ ਆ, ਰਿਐਲਿਟੀ ਇਹ ਆ, ਫਾਲਸ ਐਲੀਗੇਸ਼ਨਸ ਬਿਕਮਸ ਫਾਲਸ ਚਾਰਜਿਸ, ਫਾਲਸ ਕਨਵਿਕਸ਼ਨ। ਤਾਂ ਤੁਹਾਨੂੰ ਇਹ ਪਤਾ ਇੰਡੀਆ ਕਿੰਨੀ ਛੇਤੀ ਕਨਵਿਕਟ ਕਰਕੇ ਫਾਂਸੀ ਦੇਣ ਨੂੰ ਕਰ ਸਕਦੀ, ਜੱਗੀ ਨੂੰ ਰਾਤੋਂ ਰਾਤ ਫਾਂਸੀ ਦੇ ਸਕਦੀ ਆ, ਭਾਵੇਂ ਅਪੀਲ ਹੋਵੇ ਕੁਛ ਨਾ ਹੋਵੇ, ਸਿਰਫ ਆਪਾਂ ਨੂੰ ਚੁੱਪ ਕਰਨ ਵਾਸਤੇ। ਤੇ ਇਹ ਕਿਹੜੇ ਦੇ ਹੱਥ ਤੇ ਆ? ਇਹ ਹੈਗਾ ਬ੍ਰਿਟਿਸ਼ ਸਰਕਾਰ ਦੇ ਹੱਥ ਤੇ। ਕਿਉਂਕਿ ਲਿਜ਼ ਟਰਸ ਨੂੰ ਜਦੋਂ ਮੈਂ 9 ਜੂਨ ਨੂੰ ਮਿਲਿਆ ਸੀ, ਮੈਂ ਉਹਨੂੰ ਕਿਹਾ ਸੀ ਲਿਜ਼ ਤੂੰ ਉਹਨੂੰ ਮੁੜ ਕੇ ਲੈ ਕੇ ਆ ਸਕਦੀ ਆ, ਲੇਕਿਨ ਜੇ ਤੂੰ ਨਾ ਲੈ ਕੇ ਆਂਦਾ ਇਹ ਖੂਨ ਤੁਹਾਡੇ ਹੱਥਾਂ ਤੇ ਹੋਣਾ ਵਾ, ਕਰਕੇ ਉਹਨਾਂ ਨੇ ਫਾਂਸੀ ਦੇਣ ਤੇ ਆ ਜਾਣਾ ਵਾ। ਤੁਸੀਂ ਜਦੋਂ UN ਨੇ ਕਿਹਾ ਸੀ ਜੱਗੀ ਆਰਬਿਟਰਲੀ ਡਿਟੇਨਡ ਆ, ਨੋ ਲੀਗਲ ਬੇਸਿਸ, ਤੁਸੀਂ ਕੁਛ ਨਹੀਂ ਕੀਤਾ। ਤੇ ਇਹ ਉਹਦਾ ਰਿਜ਼ਲਟ ਆ। ਹੁਣ ਦੇਖੋ ਜਿੱਥੇ 7-8 ਹਫ਼ਤੇ ਬਾਅਦ ਤਰੀਕਾ ਪੈਂਦੀ ਸੀ ਦਿੱਲੀ ਵਿੱਚ, ਕਿੰਨੀ ਛੇਤੀ ਤਰੀਕਾ ਪੈਣਾ ਪਿਆ ਉੱਥੇ, 3-3 4 ਦਿਨ ਵੀਕ ਛੱਡ ਕੇ, ਤਾਂ ਕਿੰਨੀ ਛੇਤੀ ਚਾਰਜ ਦਾ ਵੀ ਹੋਣਾ ਪਿਆ। ਸੋ ਇਹ ਸਾਰਾ ਕੁਝ ਦੇਖ ਕੇ ਉਹ ਚੱਲੇ ਆ। ਹੁਣ ਉਹਨਾਂ ਨੂੰ ਉਲਟ ਫੇਰ ਪੈ ਗਿਆ ਵਾ। ਹੁਣ ਵੀ ਸਰਕਾਰ ਦੇ ਹੱਥ ਵਿੱਚ ਆ ਕਿ ਜੱਗੀ ਨੂੰ ਵਾਪਸ ਲੈ ਕੇ ਆ ਸਕਦੇ ਆ। ਕਿ ਇੱਕ ਪਾਸੇ ਉਹ ਕਹਿੰਦੇ ਸਾਡੇ ਉਹ ਫਰੈਂਡ ਆ, ਸਾਡਾ ਗੁੱਡ ਰਿਲੇਸ਼ਨਸ਼ਿਪ ਆ, ਤੇ ਦੂਸਰੇ ਪਾਸੇ ਇੱਕ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਜਿੱਦਾਂ ਪੰਜਾਬ ਪੁਲਿਸ ਨੇ ਪਹਿਲੋਂ ਕਿਹਾ ਸੀ ਅਸੀਂ ਮਰਿਆ ਸੱਪ NIA ਦੇ ਗੱਲ ਪਾ ਦਿੱਤਾ ਵਾ, ਇਹ ਉਹੀ ਗੱਲ ਆ, ਉਹੀ ਘੁੰਮੀ ਜਾਂਦੀ ਹੈ ਮੁੜ ਕੇ। 5 ਸਾਲ ਹੋ ਗਏ। ਮੈਂ ਇਸ ਕਰਕੇ ਗੱਲ ਕਹੀ ਕਿਉਂਕਿ ਜਿਹੜੇ ਆਪਣੇ ਸੁਣਨ ਵਾਲੇ ਆ ਉਹਨਾਂ ਨੂੰ ਪੰਜਾਬੀ ਦੀ ਇਹ ਕਹਾਵਤ ਪਤਾ ਵਾ, ਤੇ ਇਹ ਉਹਨਾਂ ਨੂੰ ਫਿਰ ਸਮਝ ਛੇਤੀ ਆ ਜਾਂਦੀ ਆ ਕਿਉਂਕਿ 5 ਸਾਲ ਹੋ ਗਏ ਆ, ਹਜੇ ਤੱਕ ਟਰਾਇਲ ਨਹੀਂ ਸ਼ੁਰੂ ਹੋਈ ਜੇ ਆਪਾਂ ਗੱਲ ਕਰੀਏ। ਠੀਕ ਭਾਜੀ, ਮੈਂ ਕਹਿਣਾ ਚਾਹੁੰਦਾ ਸੀ ਅਸੀਂ ਤੁਹਾਨੂੰ ਮਿੰਟ ਹੈਗਾ ਹੈ 15-20 ਹਨਾ, but there's a couple of things I wanted to quickly raise। ਮੈਂ 2-3 ਸਵਾਲ ਪੁੱਛਣਾ ਚਾਹੁੰਦਾ ਸੀ। ਇੱਕ ਤੁਹਾਡੇ ਤੁਸੀਂ ਗੱਲ ਕਹਿ ਰਹੀ ਹੈਗੀ, ਇੱਕ ਮੈਂ ਜਾਣਨਾ ਚਾਹੁੰਦਾ ਕਿ ਇੱਥੇ ਦੀ ਜਿਹੜੀ ਜਥੇਬੰਦੀਆਂ ਵਾ, ਸੰਸਥਾਵਾਂ ਵਾ, ਸਾਡੇ ਜਿਹੜੇ ਕਾਉਂਸਲਸ ਆ ਜਾਂ ਜਥੇਬੰਦੀਆਂ ਵਾ, ਉਹ ਕੀ ਸਪੋਰਟ ਦੇ ਰਹੀਆਂ ਹੈਗੀਆਂ ਤੇ ਉਹਨਾਂ ਦਾ ਕੀ ਐਕਸ਼ਨ ਪਲਾਨ ਆ ਸੰਗਤਾਂ ਵਾਸਤੇ। ਦੂਜੀ ਗੱਲ ਮੈਂ ਪੁੱਛਣਾ ਚਾਹੁੰਦਾ, ਦਿਸ ਇਜ਼ ਤੁਹਾਡੇ ਵਾਸਤੇ ਗੁਰਪ੍ਰੀਤ ਸਿੰਘ, ਅਗੇਨ ਤੁਸੀਂ ਗੱਲ ਕਰਦੇ ਹੈਗੇ ਆ ਕਿ ਸਰਕਾਰ ਜਿਹੜੇ ਇੰਟੈਂਟ ਇਹਨੇ ਜਾਣ ਕੇ ਕੀਤਾ, ਇਹਨਾਂ ਨੂੰ ਪਤਾ ਸੀ ਇਹ ਕੀ ਕਰ ਰਹੀ ਹੈਗੀ ਆ। ਜੇ ਤੁਸੀਂ ਇਹ ਐਲੀਗੇਸ਼ਨ ਲਾ ਰਹੇ ਹੈਗੇ, ਇੱਥੇ ਸਰਕਾਰ ਦਾ ਕੋਈ ਰਿਪਰੈਜ਼ੈਂਟੇਟਿਵ ਹੈ ਨਹੀਂਗਾ ਟੂ ਆਬਵੀਅਸਲੀ ਸੇ ਐਨੀਥਿੰਗ ਔਨ ਦੈਟ ਬਿਹਾਫ, ਪਰ ਤੁਸੀਂ ਆਪਣੀ ਸਟੇਟਮੈਂਟ ਦੇ ਦਿੱਤੀ ਹੈਗੀ ਆ। ਪਰ ਤੁਹਾਡੇ ਹਿਸਾਬ ਕੀ ਐਕਸ਼ਨ ਲੈਣਾ ਚਾਹੀਦਾ against the ਸਰਕਾਰ in respect to if they knew that their national is being tortured allegedly in another country? ਬਿਕਾਜ਼ ਮੈਨੂੰ ਚੇਤਾ ਕਿ ਅਸੀਂ ਉਦੋਂ ਇੱਕ ਬਿਆਨ ਆਇਆ ਸੀਗਾ ਪ੍ਰਾਈਮ ਮਿਨਿਸਟਰ ਦਾ ਜਾਂ ਫੋਰਨ ਸੈਕਟਰੀ ਦਾ, ਜੇ ਟੋਰਚਰ ਦੀ ਗੱਲ ਹੋਊਗੀ ਅਸੀਂ ਪੂਰਾ ਫੋਰਸ ਲਵਾਂਗੇ ਬਚਾਉਣ ਵਿੱਚ। remember some statement I was made exact quote ਆਸੰਦਾ ਰੋਡੀ ਸਟੂਅਰਟ ਫੋਰਨ ਮਿਨਿਸਟਰ ਸੀ ਪਾਰਲੀਮੈਂਟ ਵਿੱਚ, ਉਹਨੇ ਕਿਹਾ ਸੀ if a British national has been subjected to torture and mistreatment we will take extreme action। ਤਾਂ ਦੂਜੇ ਜਾਂ ਤੀਜੇ ਦਿਨ ਵਿੱਚ ਉਹਨੂੰ ਅਹੁਦੇ ਤੋਂ ਘਟਾ ਦਿੱਤਾ ਸੀ। ਇਹ ਇੱਥੇ ਤੱਕ ਗੱਲ ਹੋਈ ਸੀ ਉਸ ਵੇਲੇ। ਸੋ ਉਸ ਕਰਕੇ ਦੇਖੋ ਜਿਹੜੇ 5 ਸਾਲ ਜੱਗੀ ਦੇ ਬੀਤ ਗਏ ਜੇਲ੍ਹ ਵਿੱਚ, ਉਹ ਤਾਂ ਮੁੜ ਕੇ ਆਉਣੇ ਨਹੀਂ। ਅਸੀਂ ਤਾਂ ਇਹੀ ਕਹਿੰਦੇ ਆ ਕਿ ਸਰਕਾਰ ਨੇ ਗਲਤੀ ਕੀਤੀ ਆ, ਉਹਨੂੰ ਵਾਪਸ ਆਪਣੇ ਪਰਿਵਾਰ ਵਿੱਚ ਉਹਨੂੰ ਉਹ ਲੈ ਕੇ ਆਉਣ ਜਿਹੜੀ ਉਹ ਹੋ ਗਈ ਆ। ਕਿਉਂਕਿ ਇਸ ਵੇਲੇ ਉਹਦਾ ਵਾਪਸੀ ਸਾਨੂੰ ਚਾਹੀਦੀ ਆ, ਕਿਉਂਕਿ ਜਦੋਂ ਤੱਕ ਉਹ ਘਰ ਨਹੀਂ ਆਉਂਦਾ ਉਹਦੀ ਘਰ ਵਾਲੀ ਵੇਟ ਕਰਨ ਡਈ ਆ, ਉਹਦੇ ਭਤੀਜੇ ਵੇਟ ਕਰਨ ਡਏ ਆ,
ਨਾਨਾ ਨਾਨੀ ਦੇ ਅੱਖਾਂ ਖਰਾਬ ਹੋ ਗਈਆਂ ਵਾ ਰੋ ਕੇ ਇਹ ਹਜੇ ਆਇਆ ਨਹੀਂ ਜੱਗੀ ਵਾਪਸ ਨਹੀਂ ਆਇਆ। ਸੋ ਉਸ ਕਰਕੇ ਅਸੀਂ ਤਾਂ ਇਸ ਵੇਲੇ ਸਰਕਾਰ ਨੂੰ ਓਪਨਲੀ ਇੰਗਲਿਸ਼ ਵਿੱਚ ਵੀ ਕਹਿ ਹਟੇ ਆ that the British government have done wrong. Now it's time to right their wrong. That's ਅਸੀਂ ਇਹੀ ਕਹਿਣ ਡਏ ਆ ਇਹਦੇ ਵਿੱਚੋਂ। ਸੋ ਸਿੰਪਲ ਜਿਹੜੀ ਸਾਡੀ ਵਿੱਚੋਂ ਆਈ ਆ, ਇੱਕ ਸੀ ਮਾਫੀ ਹੋਣੀ ਚਾਹੀਦੀ ਆ, ਦੂਸਰੇ ਸੀ ਕਿ ਉਹਨੂੰ ਵਾਪਸ ਲੈ ਕੇ ਆਵੋ, ਤੇ ਤੀਸਰੀ ਸੀ ਜਿਹੜੇ 5 ਸਾਲ ਉਹਨੇ ਆਪਣੀ ਕਮਾਈ ਦੇ ਗਵਾਏ ਆ ਉਹਦੀ ਕੰਪਨਸੇਸ਼ਨ ਸਰਕਾਰ ਨੂੰ ਦੇਣੀ ਚਾਹੀਦੀ ਆ। ਇਹ ਜਿਹੜੇ ਤਿੰਨਾਂ ਮੰਗਾ ਵਾ ਇਹ ਜਾਇਜ਼ ਮੰਗਾ ਵਾ, ਕੋਈ ਫਾਲਤੂ ਵਿੱਚੋਂ ਮੰਗ ਹੈ ਨਹੀਂ ਇਹਦੇ ਵਿੱਚੋਂ। Are the council supporting it? The Sikh council supporting you in these 3 mangas? ਦੇਖੋ ਇਹ ਮੰਗਾ ਤਾਂ ਜਿਹੜੀ ਆਪਾਂ ਇਹ ਪਾਈਆ ਵਾ ਲੀਗਲ ਵਿੱਚ, ਇਹ ਤਾਂ ਉਹਦੇ ਵਿੱਚ ਆ ਜੋ ਆਪਾਂ ਉਹਨਾਂ ਨੂੰ ਕੀਤਾ ਵਾ ਕਲੇਮ ਵਿੱਚ ਜਿਹੜਾ ਪਾਇਆ ਵਾ। ਜਿਹੜੇ ਜਿੰਨੀ ਵੀ ਜਥੇਬੰਦੀਆਂ ਹੈਗੀਆਂ ਵਾ, ਮੈਨੂੰ ਕਿਸੇ ਨੇ ਇਹ ਤਾਂ ਕਿਹਾ ਨਹੀਂ ਕਿ ਅਸੀਂ ਨਹੀਂ ਸਪੋਰਟ ਕਰਨਾ। ਅੱਗੇ ਵੀ ਜਥੇਬੰਦੀਆਂ ਸਪੋਰਟ ਕਰਦੀਆਂ ਸੀ, ਅੱਗੇ ਵੀ ਮੇਰੇ ਹਿਸਾਬ ਨਾਲ ਤਾਂ ਹਜੇ ਵੀ ਕਰੂੰਗੀਆਂ। ਕਿਸੇ ਨੇ ਇਹ ਨਹੀਂ ਮੈਨੂੰ ਕਿਹਾ ਕਿ ਗੁਰਪ੍ਰੀਤ ਸਿੰਘ ਅਸੀਂ ਤੁਹਾਡੀ ਨਹੀਂ ਸਪੋਰਟ ਕਰਨੀ, ਨਹੀਂ ਹੈਲਪ ਕਰਨੀ। ਨਾ ਕਿਸੇ ਨੇ ਕੋਈ ਆਲਟਰਨੇਟ ਕੀਤਾ ਵਾ ਜਥੇਬੰਦੀ 'ਚ ਜਿਹੜੇ ਕੌਮ ਦਰਦੀ ਜਿੱਦਾਂ ਸ਼ਮਸ਼ੇਰ ਸਿੰਘ ਨੇ ਕਿਹਾ ਸੀ, ਕਿਸੇ ਨੇ ਉਲਟ ਬਿਆਨ ਵੀ ਨਹੀਂ ਦਿੱਤਾ। ਸਿਰਫ ਇੱਕ ਆਰਗੇਨਾਈਜੇਸ਼ਨ ਨੇ ਦਿੱਤਾ ਵਾ ਔਰ ਓਪਨਲੀ ਗੱਲ ਕੀਤੀ ਗਈ ਆ। ਜਿਨ੍ਹਾਂ ਨੇ ਆਪਣੀ ਮੰਗ ਹੈ ਜੱਗੀ ਨੂੰ ਵਾਪਸ ਲੈ ਕੇ ਆਵੋ, ਉਹਨਾਂ ਦੀ ਮੰਗ ਹੈ ਡਾਕੂਮੈਂਟ ਕਰਨ ਨੂੰ। ਹੁਣ ਸਾਨੂੰ ਸਾਡਾ ਮੁੰਡਾ ਵਾਪਸ ਚਾਹੀਦਾ ਵਾ। ਜੇ ਉੱਥੇ ਜੇਲ੍ਹ 'ਚ ਬਿਠਾ ਕੇ ਤੁਸੀਂ ਉੱਕੋ ਜਾ ਕੇ ਲਿਖ ਕੇ ਲੈਣਾ ਵਾ ਕਿ ਕੀ ਹੋਇਆ ਸੀ ਤੈਨੂੰ, ਸਾਰਾ ਕੁਛ ਤਾਂ ਅਸੀਂ ਦੱਸਿਆ ਸੀ ਕਿ ਅਸੀਂ ਫਰਵਰੀ 2018 ਵਿੱਚ ਜਦੋਂ ਚਿੱਠੀ ਜੱਗੀ ਦੇ ਹੱਥ ਲਿਖੀ ਚਿੱਠੀ ਸੰਗਤ ਦੇ ਮੋਹਰੇ ਰੂਬਰੂ ਕੀਤੀ ਸੀ, ਉਹ ਇਸ ਕਰਕੇ ਕੀਤੀ ਸੀ, ਪਹਿਲਾਂ ਅਸੀਂ ਸਰਕਾਰ ਨੂੰ ਮੌਕਾ ਦਿੱਤਾ ਸੀ ਕਿ ਆਹ ਬੰਦਿਆਂ ਨੇ ਟੌਰਚਰ ਕੀਤਾ, ਐਫੀਡੇਵਿਟ ਦਿੱਤਾ ਗਿਆ ਸੀ, ਆਹ ਬੰਦਿਆਂ ਨੇ ਟੌਰਚਰ ਕੀਤਾ, ਆਹ ਟੌਰਚਰ ਹੋਇਆ ਜੱਗੀ ਤੇ, ਤੁਸੀਂ ਇਹਦਾ ਕੁਛ ਕਰੋ। ਜਦੋਂ ਹੱਦ ਬਾੜ ਹੋਊਗੀ ਉਦੋਂ ਸਾਨੂੰ ਰਿਲੀਜ਼ ਕਰਨੀ ਪਈ ਸੀ ਇਨਫੋਰਮੇਸ਼ਨ। ਨਹੀਂ ਤਾਂ ਹੁਣ ਤੁਸੀਂ ਜਿਹੜਾ ਵੀ ਪੜ੍ਹਦਾ ਵਾ ਉਹ ਚਿੱਠੀ ਮੁੜ ਕੇ ਆਉਂਦੀ ਆ, ਆਹ ਜੱਗੀ ਦੇ ਟੌਰਚਰ ਹੋਇਆ। ਕਈ ਨੌਜਵਾਨਾਂ ਨੇ ਲਿਖੇ ਆ, ਕਈਆਂ ਨੇ ਗਾਣੇ ਲਿਖੇ ਆ ਉਹਦੇ ਵਿੱਚੋਂ ਕਰਕੇ। ਸੋ ਉਸ ਕਰਕੇ ਇਹ ਉਹਦੇ ਹੱਥ ਲਿਖਤੀ ਜਿਹੜੀ ਸੀ। ਸੋ ਜੋ ਤੁਸੀਂ ਗੱਲ ਕੀਤੀ ਸੀ ਜਿਹੜੀ ਸੰਸਥਾ, ਅੱਗੇ ਵੀ ਬੇਨਤੀ ਇਹੀ ਸੀ ਪਰਿਵਾਰ ਵੱਲੋਂ ਕਿ ਸੰਸਥਾ ਨੇ ਅੱਗੇ ਵੀ ਫ੍ਰੀ ਜੱਗੀ ਨਾਲ ਉਹ ਕੈਂਪੇਨ ਨੇ ਜੋ ਕਿਹਾ ਉਸ ਹਿਸਾਬ ਨਾਲ ਅੱਗੇ ਚੱਲਿਆ, ਨਾਲ ਸਪੋਰਟ ਕੀਤਾ। ਅੱਗੇ ਵੀ ਇੱਦਾਂ ਹੀ ਚੱਲੂਗੇ, ਕਿਉਂਕਿ ਜਿੱਦਾਂ ਆਪਾਂ ਤਿੰਨਾਂ ਸਿੰਘਾਂ ਦੀ ਐਕਸਟ੍ਰੈਡੀਸ਼ਨ ਰੋਕੀ ਸੀ, ਇੱਦਾਂ ਹੀ ਆਪਾਂ ਜੱਗੀ ਨੂੰ ਵਾਪਸ ਲੈ ਕੇ ਆ ਸਕਦੇ ਹਾਂ। ਠੀਕ ਆ। ਸ਼ਮਸ਼ੇਰ ਸਿੰਘ ਜੀ, ਅਸੀਂ ਤੁਹਾਡੇ ਵੱਲ ਆਉਂਦੇ ਹੈਗੇ ਆ ਕਿ ਜਿਹੜੇ ਆਹ ਗੱਲਾਂ ਹੋ ਰਹੀਆਂ ਵਾ ਤੁਹਾਡੇ ਮੁਤਾਬਕ, ਦਿਸ ਇਜ਼ ਜੈਨੂਇਨ ਕੁਐਸਚਨ, ਬਿਕਾਜ਼ ਅਸੀਂ ਵੀ ਇੱਥੇ ਦੇ ਜੰਮਪਲ ਹੋਣ ਦੇ ਨਾਤੇ ਅਸੀਂ ਸੁਣ ਰਹੇ ਹਾਂ, ਇੱਥੇ ਰਹਿੰਦੇ ਆ, ਆਪਣਾ ਬੀਤ ਰਹੇ ਹਾਂ, ਅਸੀਂ ਦੇਖ ਰਹੇ ਹਾਂ ਕੀ ਹੋ ਰਿਹਾ ਵਾ। ਡੂ ਯੂ ਥਿੰਕ Sikhs or Sikh activists are safe in this country? ਸਿੱਧੀ ਜੀ ਗੱਲ ਆ। ਡੂ ਯੂ ਥਿੰਕ ਕਿ ਸਾਡੇ ਵਾਸਤੇ ਜਿਹੜੇ ਨੌਜਵਾਨ ਆਵਾਜ਼ ਉਠਾ ਰਹੇ ਹੋਣਗੇ ਕਿ ਹਿਊਮਨ ਰਾਈਟਸ ਅਬਿਊਸਿਸ ਦੇ, ਉਹ ਇਸ ਮੁਲਕ ਵਿੱਚ ਸੇਫ ਹੈ ਜਾਂ ਨਹੀਂ? ਭਾਜੀ ਤੁਸੀਂ ਗਲਤ ਬੰਦੇ ਨੂੰ ਪੁੱਛ ਰਹੇ ਆ, ਕਰਕੇ ਜਦੋਂ ਮੈਂ ਛੋਟਾ ਸੀਗਾ ਮੇਰੇ ਡੈਡੀ ਨੇ ਇੱਥੇ ਜੇਲ੍ਹ ਕੱਟੀ ਆ। ਜਦੋਂ ਹੁਣ ਮੈਂ ਪੰਥਕ ਸੇਵਾ ਦੇ ਵਿੱਚ ਹਿੱਸਾ ਪਾਉਣਾ ਸ਼ੁਰੂ ਕੀਤਾ, ਸਾਡੇ ਘਰ ਦੁਆਰਾ ਫੇਰ ਕਾਊਂਟਰ ਟੈਰਰਿਜ਼ਮ ਪੁਲਿਸ ਆਣ ਕੇ ਘਰ ਦੀ ਇਕੱਲੀ ਚੀਜ਼ ਫੋਲ ਕੇ ਗਈ ਆ। ਸੋ ਮੈਂ ਤਾਂ ਕਹੂੰਗਾ ਬਿਲਕੁਲ ਕਲੀਅਰਲੀ ਕਿ ਇੱਥੇ ਕੋਈ ਨੌਜਵਾਨ ਜਿਹੜਾ ਸਾਡੇ ਸੰਘਰਸ਼ ਦੀ ਗੱਲ ਕਰਦਾ ਆ, ਆਜ਼ਾਦੀ ਦੀ ਗੱਲ ਕਰਦਾ ਆ, ਜਿਹੜੀ ਇੱਥੋਂ ਦੀ ਸਰਕਾਰ ਨੂੰ ਉਹਨਾਂ ਦੇ ਭੇਦ ਨੰਗੇ ਕਰਦਾ ਆ ਕਿ ਉਹ ਕਿੱਦਾਂ ਇੰਡੀਆ ਨੂੰ ਨੋਰਮਲਾਈਜ਼ ਕਰਦੇ ਆ, ਤਾਂ ਉਹ ਬਿਲਕੁਲ ਸੇਫ ਨਹੀਂ ਹੈਗੇ। ਭਾਜੀ ਹੁਣ ਬੈਠੇ ਆ, ਇਹਨਾਂ ਦੇ ਭਰਾ ਇੰਡੀਆ 'ਚ ਕੈਦ ਹੋਏ ਨੂੰ 5 ਸਾਲ ਆ। ਇਨਸਾਫ ਹਿਊਮਨ ਰਾਈਟਸ ਜਥੇਬੰਦੀ ਆ ਜਿਨ੍ਹਾਂ ਨੇ 5301 ਜਿਹੜੇ ਗੈਰ ਕਾਨੂੰਨੀ ਕਤਲ ਆ, ਐਨਕਾਊਂਟਰ ਕਿਲਿੰਗ ਕੀਤੇ ਗਏ ਨੌਜਵਾਨਾਂ ਦੇ, ਜਿਹੜੇ ਪੰਜਾਬ ਦੇ ਆਮ ਅੰਮ੍ਰਿਤਧਾਰੀ ਜਿਹੜੇ ਨੌਜਵਾਨ ਨੂੰ ਸ਼ਿਕਾਰ ਬਣਾਇਆ ਸੀਗਾ, ਉਹਨਾਂ ਦੇ ਪੇਪਰ ਵਰਕ ਕੀਤਾ ਆ। ਕਿ ਸੋ ਸਿੱਖ ਤਾਂ ਕਿਤੇ ਵੀ ਸੇਫ ਨਹੀਂ ਹੈਗੇ, ਇਕੱਲੇ ਇਸ ਦੇਸ਼ ਦੀ ਗੱਲ ਨਹੀਂ ਹੈਗੀ। ਤੇ ਜਿਹੜੇ ਨੌਜਵਾਨ ਇੱਥੇ ਕੰਮ ਕਰਦੇ ਆ, ਜਿੱਦਾਂ ਪਹਿਲਾਂ ਵੀ ਕਿਹਾ, ਇੱਥੇ ਜਿਹੜੇ ਸਿਕਿਉਰਿਟੀ ਦੇ ਫਰੇਮਵਰਕ ਆ, ਇੱਥੇ ਦੇ ਕਾਨੂੰਨ ਆ, ਸਕੈਜੂਲ 7 ਪ੍ਰੀਵੈਂਟ ਦੇ ਕਾਨੂੰਨ ਆ, ਹੋਰ ਕਾਊਂਟਰ ਟੈਰਰਿਜ਼ਮ ਦੇ ਕਾਨੂੰਨ ਆ, ਉਹ ਤੁਹਾਡੇ ਖਿਲਾਫ ਵਰਤੇ ਜਾਊਗੇ। ਤੁਹਾਨੂੰ ਪਾਸਪੋਰਟ ਤੁਹਾਡੇ ਬੰਦ ਕੀਤੇ ਜਾਊਗੇ, ਤੁਹਾਡੇ ਉੱਤੇ ਫਾਈਨੈਂਸ਼ੀਅਲ ਤੌਰ ਦੇ ਉੱਤੇ ਪਾਬੰਦੀਆਂ ਲਾਈਆਂ ਜਾਊਗੀਆਂ। ਜਿੱਦਾਂ ਸਿੱਖ ਯੂਥ UK ਦੇ ਪਰਿਵਾਰ ਮੈਂਬਰਾਂ ਨੂੰ ਤੰਗ ਕੀਤਾ ਆ, ਹੋਰ ਵੀ ਸਿੱਖ ਨੌਜਵਾਨਾਂ ਦੇ ਪਰਿਵਾਰ ਮੈਂਬਰਾਂ ਨੂੰ ਤੰਗ ਕੀਤਾ ਆ। ਤੇ ਇਹ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਪਹਿਲਾਂ ਹੁਣ ਜਿਹੜੇ ਸਾਡੇ ਤੋਂ ਸੀਨੀਅਰ ਆ ਸਿੰਘ, ਉਹਨਾਂ ਨੂੰ ਪੁੱਛ ਲਓ ਕਿ ਉਹਨਾਂ ਦੀ ਕਿੰਨੇ ਕੁ ਸੇਫ ਸੀਗੇ। ਇੱਥੇ ਵੀ ਨੈਸ਼ਨਲ ਸਿਕਿਉਰਿਟੀ ਦੇ ਪਹਿਲਾਂ ਵੀ ਕੇਸ ਹੋ ਚੁੱਕੇ ਆ। ਤਾਂ ਹੁਣ ਜਿੱਦਾਂ ਗੁਰਪ੍ਰੀਤ ਭਾਜੀ ਨੇ ਗੱਲ ਕੀਤੀ ਸੀ, ਜਿਹੜਾ ਨੈਸ਼ਨੈਲਿਟੀ ਬਿੱਲ ਆ
ਕਿ ਤੁਹਾਡੀ ਇੱਥੋਂ ਦੀ ਨਾਗਰਿਕਤਾ ਖੋਹ ਕੇ ਤੁਹਾਨੂੰ ਇਸ ਦੇਸ਼ ਚੋਂ ਕੱਢ ਸਕਦੇ ਆ। ਸੋ ਇਹ ਤਾਂ ਪੂਰੀ ਇੰਡੀਆ ਦੇ ਨਾਲ ਇਹ ਜਿਹੜੇ ਕੈਪੀਟਲਿਸਟ ਕੰਟਰੀ ਆ, ਪਦਾਰਥਵਾਦੀ ਦੇਸ਼ ਆ, ਜਿਨ੍ਹਾਂ ਨੂੰ ਪੈਸਾ ਪਿਆਰਾ ਆ ਸਾਰੀਆਂ ਚੀਜ਼ਾਂ ਦੇ ਨਾਲੋਂ, ਉੱਥੇ ਤਾਂ ਸਿੱਖ ਕਦੀ ਸੇਫ ਨਹੀਂ ਹੈਗਾ, ਕਰਕੇ ਸਿੱਖ ਦਾ ਫਰਜ਼ ਆ ਕਿ ਉਹਨੇ ਸਰਬੱਤ ਦੇ ਭਲੇ ਦਾ ਰਾਜ ਕਾਇਮ ਕਰਨਾ ਆ ਤੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਉਠਾਉਣੀ ਆ। ਤੇ ਜੇ ਤੁਸੀਂ ਸੱਚੇ ਸਿੱਖ ਬਣ ਕੇ ਜਿਉਣਾ ਆ, ਜ਼ੁਲਮ ਦੇ ਖਿਲਾਫ ਆਵਾਜ਼ ਉਠਾਉਣੀ ਆ, ਆਪਣੀ ਆਜ਼ਾਦੀ ਦੀ ਗੱਲ ਕਰਨੀ ਆ, ਫਿਰ ਤੁਸੀਂ ਸੇਫ ਨਹੀਂ ਹੈਗੇ। ਇੱਥੇ ਦੀ ਸਰਕਾਰ ਸੰਤਾਂ ਨੂੰ ਵੀ ਟੈਰਰਿਸਟ ਕਹਿੰਦੀ ਆ। ਜਿੰਨੀਆਂ ਵੀ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਆ, ਲਿਬਰੇਸ਼ਨ ਤੋਂ ਲੈ ਕੇ ਬੱਬਰ ਖਾਲਸਾ ਤੱਕ, ਸਾਰਿਆਂ ਨੂੰ ਇਹ ਟੈਰਰਿਸਟ ਆਰਗੇਨਾਈਜੇਸ਼ਨ ਕਾਨੂੰਨੀ ਤੌਰ ਦੇ ਉੱਤੇ ਕਹਿੰਦੇ ਆ। ਸੋ ਇਹ ਤਾਂ ਬਿਲਕੁਲ ਕਲੀਅਰ ਹੈ। ਜੇ ਤੁਸੀਂ ਜਿੱਦਾਂ ਸੰਤ ਜਿੱਦਾਂ ਕਹਿੰਦੇ ਹੁੰਦੇ ਸੀ, ਉਹ ਬਿਲਕੁਲ ਸਹੀ ਸੀਗੇ ਕਿ ਜੇ ਤੁਸੀਂ ਚੱਪਲੀਆਂ ਝਾੜ ਕੇ ਸਿਰ ਮੂੰਹ ਬਣਾ ਕੇ ਤੁਰੇ ਫਿਰਨਾ, ਫਿਰ ਤੁਹਾਨੂੰ ਕੋਈ ਨਹੀਂ ਕੁਛ ਕਹੂਗਾ। ਜੇ ਤੁਸੀਂ ਅਣਖ ਨਾਲ ਜਿਉਣਾ ਆ ਤਾਂ ਆਪਣੇ ਰਾਜ ਦੀ ਗੱਲ ਕਰਨੀ ਆ, ਫਿਰ ਤੁਸੀਂ ਤਿਆਰ ਹੋ ਜਾਓ ਤਸ਼ੱਦਦਾਂ ਤੇ ਜੇਲ੍ਹਾਂ ਵਾਸਤੇ। ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਮਸ਼ੇਰ ਸਿੰਘ ਜੀ। It wasn't the wrong person, ਭਾਜੀ, you were the right person, because ਤੇ ਤੁਹਾਡਾ ਹੱਦ ਬੀਤੀ ਆ। This is what I'm trying to get to the ਸੰਗਤਾਂ, because ਦੇਖੋ ਜਿਹੜੀ ਆਵਾਜ਼ ਉਠਾ ਰਹੇ ਹੈਗੇ ਆ ਜਾਂ ਕੁਛ ਕੰਮ ਕਰ ਰਹੇ ਹੈਗੇ ਆ, ਉਹ ਆਪ ਤੁਹਾਡੇ ਸਾਹਮਣੇ ਦੱਸ ਰਹੇ ਹੈਗੇ ਉਹਨਾਂ ਨਾਲ ਕੀ ਹੋ ਰਿਹਾ, ਤੇ ਇਹਦੇ ਕਾਰਨ ਸਾਰੇ ਚੁੱਪ ਹੋਈ ਜਾ ਰਹੇ ਨੇ। ਇਹਦੇ ਕਾਰਨ ਹੁਣ ਮੇਰਾ ਦੂਜਾ ਸਿਰਾ ਸਵਾਲ ਆਉਂਦਾ ਹੈਗਾ is the following, ਕਿ ਸਿੱਖ ਮੀਡੀਆ ਆਪਣਾ ਫਰਜ਼ ਨਿਭਾ ਰਿਹਾ ਵਾ? ਸਿੱਖ ਮੀਡੀਆ ਜੇ ਇਹ ਆਵਾਜ਼ਾਂ ਉਠਾ ਰਿਹਾ ਵਾ ਟਾਈਮ ਪਰ, ਜਾਂ ਉਹ ਸੰਸਥਾ ਦੇ ਤੱਕ ਗੱਲ ਪਹੁੰਚਾ ਰਿਹਾ, ਜਾਂ ਇਕੱਠੇ ਕਰ ਰਿਹਾ ਕਿ ਐਕਸ਼ਨ ਕੁਛ ਲੈ ਰਿਹਾ ਕਿ ਇਕੱਠੀ ਕਮਿਊਨਿਟੀ ਨੂੰ ਕਰਨ ਵਾਸਤੇ ਕਿ ਆਹ ਗੱਲਾਂ ਹੋ ਰਹੀਆਂ ਵਾ, ਸਾਡਾ ਫਰਜ਼ ਬਣਦਾ। ਬਿਕਾਜ਼ ਮੈਂ ਤੁਹਾਨੂੰ ਇੱਕ ਗੱਲਾਂ ਕਹਿਣਾ ਚਾਹੁੰਦਾ। ਇੱਕ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੀ ਹੱਦ ਬੀਤੀ ਕਮੈਂਟਰੀ ਦੀ, ਕਿ ਸਾਡੇ ਸਕੂਲ ਦੇ ਨਾਲ, ਇੱਥੇ ਸਿੱਖਾਂ ਦਾ ਸਕੂਲ ਸੀਗਾ ਤੇ ਸਿੱਖਾਂ ਦਾ ਸਕੂਲ ਨਾਲ ਕੀ ਹੋ ਲੱਗਾ ਸੀਗਾ। ਇਹ ਕਿੰਨੀ ਵੱਡੀ ਇਹ ਗੱਲ ਸੀਗੀ ਕਿ ਉੱਥੇ ਦੀ ਸਰਕਾਰ, ਉਸ ਵਕਤ ਦੇ ਮਿਨਿਸਟਰ ਨੇ ਇੱਕ ਪ੍ਰਪੋਜ਼ਲ ਪਾਇਆ ਸੀਗਾ ਕਿ ਉਹ ਸਕੂਲ ਬੰਦ ਕੀਤਾ ਜਾਵੇ ਔਨ ਦਾ ਬੈਕ ਆਫ ਐਕਸਟ੍ਰੀਮਿਜ਼ਮ। ਤੇ ਆਫਸਟੈਡ ਜਿਹੜੀ ਇੱਥੇ ਦੀ ਨੈਸ਼ਨਲ ਹੈਗੀ ਆ ਉਹ ਸੰਸਥਾ, ਜਿਹੜੀ ਦਾ ਕੰਮ ਹੈਗਾ ਦੇਖਣ ਵਾਸਤੇ ਕਿ ਸਕੂਲ ਕਿੱਦਾਂ ਰਨ ਹੋ ਰਿਹਾ, ਉਹਦੇ ਮੁਤਾਬਕ 5 ਇੰਸਪੈਕਸ਼ਨ ਦੇ ਬਾਅਦ ਕੁਛ ਇੱਕ ਲਾਈਨ ਨਹੀਂ ਹੈਗੀ ਸੀ ਐਕਸਟ੍ਰੀਮਿਜ਼ਮ ਦੀ। ਪਰ ਉਹ ਇੱਥੇ ਤੱਕ ਤਿਆਰ ਸੀ ਕਿ ਸਕੂਲ ਬੰਦ ਕੀਤਾ ਜਾਵੇ ਜਿੱਥੇ 400-500 ਨਿਆਣਾ ਜਾਂਦਾ ਸਿੱਖਾਂ ਦਾ, ਕਿ ਉਹ ਬੈਕ ਔਨ ਐਕਸਟ੍ਰੀਮਿਜ਼ਮ। ਤੇ ਇਹ ਕੋਰਟ 'ਚ ਇਹ ਗੱਲ ਚੱਲਣ ਲੱਗੀ ਸੀਗੀ, ਤੇ ਕੋਰਟ ਜਾਣ ਤੋਂ ਪਹਿਲਾਂ ਇਹ ਕੇਸ ਉਹਨਾਂ ਨੇ ਵਾਪਸ ਲੈ ਲਿਆ ਸੀ। ਤੇ ਉਸ ਐਜੂਕੇਸ਼ਨ ਡਿਪਾਰਟਮੈਂਟ ਦੀ ਹਾਰਦਾ ਨਹੀਂ, ਉਹ ਹਾਰਨਾ ਵੀ ਪਿਆ ਤੇ ਉਹ ਬਿੱਲ ਵੀ ਚੁੱਕਣਾ ਪਿਆ। ਇੱਕ ਦੂਜੀ ਗੱਲ ਮੈਂ ਕਹਿਣਾ ਚਾਹੁੰਦਾ, ਪਰ ਬਿਕੋਜ਼ ਮੈਨੂੰ ਪਾਬੰਦੀ ਆ, ਇਹ ਮੈਂ ਗੱਲ ਦੱਸਾਂ ਸੰਗਤ ਨੂੰ ਦੱਸ ਨਹੀਂ ਸਕਦਾ ਹੈਗਾ, ਬਿਕੋਜ਼ ਲਾਈਵ ਕੇਸ ਦੇ ਕਾਰਨ ਮੈਂ ਤੁਹਾਨੂੰ ਜਿਹੜੀ ਗੱਲ ਦੱਸਣਾ ਚਾਹੁੰਦਾ ਉਹ ਮੈਂ ਦੱਸ ਨਹੀਂ ਪਾ ਸਕਦਾ। ਮੈਂ ਵੇਟ ਕਰੂੰਗਾ ਜਦੋਂ ਉਹ ਮਹਾਰਾਜ ਕਿਰਪਾ ਕਰਨਗੇ, ਉਹ ਦਿਨ ਆਊਗਾ ਕਿ ਉਹ ਪੂਰੀ ਉਸ ਫਾਈਲ ਕਲੋਜ਼ ਕਰਦੇ ਆ ਤੇ ਸੰਗਤਾਂ ਤੱਕ ਗੱਲ ਪਹੁੰਚਾਈ ਜਾਵੇ ਕੀ ਹੋ ਰਿਹਾ। ਇਹ ਬੜੀ ਹੈਰਾਨਗੀ ਦੀ ਗੱਲ ਆ ਕਿ ਇਹ ਬਿਆਨ ਨੌਜਵਾਨਾਂ ਨੇ ਦਿੱਤੇ ਹੈਗੇ ਆ, ਕੀ ਕਹਿ ਰਹੇ ਆ, ਇਹਨਾਂ ਦੀ ਹੱਦ ਬੀਤੀ ਆ। ਹੁਣ ਅਸੀਂ ਤੇ ਕਹਿ ਸਕਦੇ ਆਪਣੇ ਤੁਸੀਂ ਖਿਆਲ ਰੱਖੋ, ਤੁਸੀਂ ਆਪਣਾ ਓਪੀਨੀਅਨ ਦੇਵੋ। ਇਹ ਤੇ ਵਿਚਾਰੇ ਆਪਣਾ ਜਿਹੜਾ ਹੱਦ ਬੀਤੀ ਉਹ ਦੱਸ ਰਹੇ ਆ ਕਿ ਉਹਨਾਂ ਨਾਲ ਕੀ ਹੋ ਰਿਹਾ। ਜਿਹੜੀ ਗੱਲ ਕੀਤੀ ਜਾ ਰਹੀ ਸੀ ਕਿ 5 ਸਿੰਘਾਂ ਦੇ ਜਿਹੜੇ ਰੇਡ ਹੋਏ ਸੀਗੇ, ਉਹਨਾਂ ਨੇ ਤੁਹਾਨੂੰ ਸਾਫ਼ ਹੀ ਦੱਸ ਦਿੱਤਾ ਕਿ ਉਹ ਕਹਿੰਦੇ ਕਿ ਉਹਦੇ ਵਿੱਚ ਜੱਗੀ ਦਾ ਨਾਂ ਲਿਆ ਗਿਆ ਉਹ ਕੇਸਾਂ ਦੇ ਵਿੱਚ, ਤੇ ਹਜੇ ਤੱਕ ਕੋਈ ਸਬੂਤ ਨਹੀਂ ਹੋਇਆ, ਪੇਸ਼ ਕੀਤਾ ਗਿਆ। ਹੁਣ ਚਾਰਜ 7 ਸਤੰਬਰ ਨੂੰ ਕਰਨ ਲੱਗੇ ਆ। ਇੱਥੇ ਦੀ ਸਰਕਾਰ ਦੇ ਮੁੱਖ ਮੰਤਰੀ ਨੇ ਬਿਆਨ ਕਹਿ ਦਿੱਤਾ ਕਿ ਇਹ ਆਰਬਿਟਰੀ ਡਿਟੈਂਸ਼ਨ ਆ, ਜਿਹਦਾ ਮਤਲਬ ਹੈ ਕਿ ਇਲੀਗਲ ਬੇਸ ਹੈ ਨਹੀਂ ਇਹ ਡਿਟੈਂਸ਼ਨ ਵਾਸਤੇ। ਉਹ ਆਪ ਕਹਿ ਰਹੇ ਆ, ਪਰ ਉਹਨਾਂ ਦੀਆਂ ਸੰਸਥਾਵਾਂ ਦੇ ਰਹੀ ਆ ਇਨਫੋਰਮੇਸ਼ਨ। ਇਹ ਗੱਲ ਕੀ ਬਣ ਰਹੀ ਆ? ਇਹ ਬਹੁਤ ਡੂੰਘੀ ਗੱਲ ਆ ਤੇ ਸਾਨੂੰ ਸੋਚਣ ਵਾਲੀ ਆ। ਤੇ ਦਿਸ ਇਜ਼ ਵਾਈ ਮੈਂ ਬਾਰ-ਬਾਰ ਕਹਿੰਦਾ ਕਿ ਯਾਰ ਸਾਡੇ ਸਿੱਖ ਕਾਉਂਸਲਾਂ ਵਾਂ, ਸਾਡੇ ਕੋਲ ਜਿਹੜੀ ਗੱਲ ਸਿੱਖਾਂ ਦੀ ਸਰਕਾਰ ਨਾਲ ਗੱਲ ਕਰਦੀ ਆ ਕਿ ਭਾਈ ਆਹ ਸਾਡਾ ਖਿਆਲ ਆ, ਦਿਸ ਇਜ਼ ਔਨ ਦਾ ਗਰਾਊਂਡ ਫੀਲਿੰਗ। ਜਿੱਦਾਂ ਨੌਜਵਾਨ ਨੇ ਤੁਹਾਨੂੰ ਲਾਈਵ ਟੀਵੀ ਤੇ ਕਿਹਾ ਕਿ ਮੈਨੂੰ ਡਰ ਆ ਆਪਣੀ ਜ਼ਿੰਦਗੀ ਵਾਸਤੇ, ਕਿ ਮੈਨੂੰ ਪਤਾ ਕਿ ਇਹ ਸੇਫ ਅਸੀਂ ਹੈ ਨਹੀਂ। ਇੱਦਾਂ ਬਿਲਕੁਲ ਨਹੀਂ ਕਿਸੇ ਨੂੰ ਆਪਣੇ ਮਹਿਸੂਸ ਹੋ ਸਕਦਾ ਆਪਣੇ ਮੁਲਕ 'ਚ ਰਹਿੰਦੇ ਆ ਕਿ ਮੈਂ ਆਪਣਾ ਸੇਫ ਨਹੀਂ ਹੈਗਾ। ਉਹ ਵੀ ਹਿਊਮਨ ਰਾਈਟ ਦੀ ਵਾਇਲੇਸ਼ਨ ਦੀ ਗੱਲ ਕਰਦੇ ਹੋਇਆ, ਇਹ ਤੇ ਗਲਤ ਗੱਲ ਬਣਦੀ ਨਹੀਂ। ਸੋ ਮੈਂ ਤੁਹਾਨੂੰ ਇੱਕ ਵਾਰੀ ਫਿਰ ਮੈਂ ਪੁੱਛਣਾ ਚਾਹੁੰਦਾ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ ਜੀ, ਮੈਨੂੰ ਤੁਸੀਂ ਇਹ ਦੱਸੋ, ਸੰਗਤਾਂ ਤੱਕ ਗੱਲ ਪਹੁੰਚਾਓ ਕਿ ਕਿਹੜੀ ਜਥੇਬੰਦੀ ਆ ਤੁਸੀਂ ਨਾ ਲਵੋ ਜਿਹੜਾ ਸਾਥ ਦੇ ਰਹੀਆਂ, ਕਿ ਸੰਗਤਾਂ ਨੂੰ ਵੀ ਪਤਾ ਹੋਵੇ ਕਿ ਭਾਈ ਇਹ ਆਵਾਜ਼ ਸੰਗਤਾਂ ਦੇ ਸਾਡੇ ਮੈਂਬਰ ਹੈਗੇ ਆ, ਤੁਸੀਂ ਕਿਉਂ ਨਹੀਂ ਗੱਲ ਉਠਾ ਰਹੇ ਹੈਗੇ, ਤੁਸੀਂ ਕਿਉਂ ਨਹੀਂ ਸਾਥ ਦੇ ਰਹੇ ਹੈਗੇ, ਤੁਸੀਂ ਕਿਉਂ ਨਹੀਂ ਪੁੱਛ ਰਹੇ ਹੈਗੇ ਕਿ ਕੀ ਗੱਲਾਂ ਹੋ ਰਹੀਆਂ ਵਾ। ਤੇ ਸਾਡਾ ਫਰਜ਼ ਬਣਦਾ, ਜਿਨ੍ਹਾਂ ਨੇ ਅਹੁਦੇ ਲਏ ਆ, ਜਿਨ੍ਹਾਂ ਨੇ ਆਪਣੇ ਰੋਲ ਲਏ ਆ, ਵੈਦਰ ਉਹ ਗੁਰਦੁਆਰੇ ਸਾਹਿਬ ਦੇ ਪ੍ਰਧਾਨ ਹੋਵੇ
ਭਾਵੇਂ ਕੋਈ ਜਥੇਬੰਦੀ ਦਾ ਜਥੇਦਾਰ ਹੋਵੇ, ਉੱਥੇ ਦੇ ਜਨਰਲ ਸੈਕਟਰੀ ਹੋਵੇ, ਜੇ ਤੁਹਾਨੂੰ ਉਹਦਾ ਮਿਲਿਆ ਸੇਵਾ ਨਿਭਾਉਣ ਦਾ, ਤੇ ਇਹ ਜਿਹੜੇ ਨੌਜਵਾਨ ਗੱਲਾਂ ਕਹਿ ਰਹੇ ਆ ਲਾਈਵ ਟੀਵੀ ਉੱਤੇ, ਤੇ ਇਹਦੀ ਗੱਲਾਂ ਤੇ ਸਾਨੂੰ ਗੌਰ ਕਰਨਾ ਪੈਣਾ। ਠੀਕ ਹੈ ਜੀ। ਮੈਂ ਬੇਨਤੀ ਕਰਦਾ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, I'm putting you on the spot and I apologize for this, ਪਰ ਸਾਨੂੰ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਹੈ ਭਾਈ ਕਿ ਕਿਹੜੀ ਜਥੇਬੰਦੀ ਤੁਹਾਡੇ ਕੋਈ ਸਾਥ ਦਿੰਦੀ, ਉਹ ਦੱਸੋ ਕਿ ਜਿਹੜੀ ਨਹੀਂ ਸਾਥ ਦੇ ਰਹੀ, ਨਹੀਂ ਠੀਕ ਆ, ਪਰ ਜਿਹੜੀ ਤੁਹਾਡੇ ਐਕਟਿਵਲੀ ਤੁਹਾਡਾ ਸਾਥ ਦੇ ਰਹੀ, ਉਹ ਵੀ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਕੌਣ ਕੌਣ ਆ। ਦੇਖੋ ਕੈਮ ਸਿੰਘ ਜੀ, ਪਹਿਲੀ ਗੱਲ ਤਾਂ ਜਥੇਬੰਦੀ ਦੀ ਬਾਅਦ ਚ ਆਉਂਗੀ। ਪਹਿਲਾਂ ਤਾਂ ਤੁਸੀਂ ਕਿਹਾ ਸੀ ਸਿੱਖ ਮੀਡੀਆ ਕਵਰ ਕਰਨ ਡਿਆ ਵਾ ਜਿੱਦਾਂ ਕਰਨਾ ਚਾਹੀਦਾ। ਇਹ ਵਾਰੀ ਮੈਂ ਆਪਣੀ ਦਿਲ ਦੀ ਕਰਨ ਲੱਗਾ ਗੱਲ, ਕਈ ਵਾਰੀ ਮੰਗਤਿਆ ਵਾਂਗ ਮੰਗਣਾ ਪੈਂਦਾ ਵਾ ਕਿ ਸਾਨੂੰ ਟਾਈਮ ਦੇ ਦਿਓ, ਮੰਗਤਿਆ ਵਾਂਗ। ਕਈ ਵਾਰੀ ਇਹ ਵੀ ਹੋਇਆ ਵਾ, ਫਿਰ ਮੰਗਤਿਆ ਵਾਂਗ ਮੰਗ ਕੇ ਵੀ ਟਾਈਮ ਮਿਲ ਵੀ ਗਿਆ, ਪ੍ਰੈਜ਼ੈਂਟ ਨੂੰ ਪਤਾ ਹੀ ਨਹੀਂ ਗੱਲ ਕੀ ਕਰਨੀ ਆ। ਤੁਹਾਡੇ ਸਾਹਮਣੇ ਤੁਹਾਡੇ ਮੂੰਹ ਤੇ ਉਹ ਪੁੱਛਣ ਡਏ ਆ, ਅੱਛਾ ਭਾਜੀ ਉਹ ਗੱਲ ਕਿਹਦੇ ਵਾਸਤੇ ਕਰਨੀ ਸੀ। ਸੋ ਇਹ ਜੇ ਹੁਣ ਸਾਰੀ ਦੁਨੀਆ ਵਿੱਚ ਜੱਗੀ ਦੀ ਆ ਖਬਰ ਪਈ ਆ ਕਿ ਕੀ ਹੋਇਆ, BBC ਤੋਂ ਲੈ ਕੇ ਰਾਤ ਦੇ 10 ਵਜੇ ਵਾਲੀ ਨਿਊਜ਼ ਵਿੱਚ, ਸਵੇਰ ਨੂੰ 6 ਵਜੇ ਰੇਡੀਓ ਤੋਂ ਲੈ ਕੇ 8 ਵਜੇ, 10 ਵਜੇ, 11 ਵਜੇ, 1 ਵਜੇ, 5 ਵਜੇ, 8 ਵਜੇ ਤੇ ਰਾਤ ਨੂੰ 10 ਵਜੇ ਫੇਰ, ਤੇ ਇੱਕ ਪ੍ਰੈਜ਼ੈਂਟਰ ਪੁੱਛਣ ਡਿਆ ਆਪਾਂ ਗੱਲ ਕਿਹੜੀ ਕਰਨੀ ਆ। ਤੇ ਫਿਰ ਇਹ ਜਿਹੜੇ ਪਰਿਵਾਰ ਨੇ ਪਹਿਲੋਂ ਮੰਗ ਕੇ ਟਾਈਮ ਲਈਦਾ, ਤੇ ਫੇਰ ਜਾ ਕੇ ਗੱਲ ਕਰਨੀ ਦੁੱਖ ਭਰੀ। ਤੁਸੀਂ ਇੱਕ ਗੱਲ ਇਹ ਵੀ ਚੇਤੇ ਰੱਖੋਗੇ, ਜਿੱਦਣ ਮੈਨੂੰ ਜੱਗੀ ਦਾ ਟੌਰਚਰ ਦਾ ਪਤਾ ਲੱਗਾ ਸੀ, ਮੈਂ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ ਸੀ। ਸ਼ਮਸ਼ੇਰ ਸਿੰਘ ਮੇਰੇ ਨਾਲ ਬੈਠੇ ਸੀ, ਦੀਪਾ ਸਿੰਘ ਬੈਠਾ ਸੀ, ਸਿੱਖ ਚੈਨਲ ਦੇ ਉੱਤੇ ਮੈਂ ਰੋਇਆ ਸੀ ਸੰਗਤ ਦੇ ਮੂਹਰੇ, ਕਿ ਜਦੋਂ ਭਾਜੀ ਮੰਝਪੁਰ ਨੇ ਕਿਹਾ ਸੀ ਜੱਗੀ ਦੇ ਅੱਜ ਵੀ ਕੰਨਾਂ 'ਚ ਵੱਜਦੇ ਆ, ਉਹਨੇ ਕਿਹਾ ਸੀ ਭਾਜੀ ਮੇਰੇ ਮੁੜ ਕੇ ਤਾਂ ਨਹੀਂ ਟੌਰਚਰ ਕਰੋਗੇ ਜੇ ਮੈਂ ਅੱਜ ਦੱਸ ਦਿੱਤਾ। ਇਹ ਮੈਂ ਅੱਜ ਵੀ ਅੱਖਾਂ 'ਚੋਂ ਪਾਣੀ ਆਉਂਦਾ ਵਾ, ਇਸ ਚੈਨਲ ਦੇ ਉੱਤੇ ਕੀਤਾ ਸੀ। ਕਈ ਚੈਨਲਾਂ ਦੇ ਪ੍ਰੋਡਿਊਸਰ ਹੁਣ ਸੁਣਦੇ ਵੀ ਹੋਣਗੇ, ਉਹਨਾਂ ਨੇ ਕਿਹਾ ਗੁਰਪ੍ਰੀਤ ਸਿੰਘ ਤੂੰ ਗਲਤ ਕਰਨ ਡਿਆ ਵਾ, ਇੰਨਾ ਰੌਲਾ ਨਹੀਂ ਪਾਉਣਾ ਚਾਹੀਦਾ ਸੀ, ਕਿ ਤੈਨੂੰ ਹਨਾ ਸ਼ਾਂਤੀ ਨਾਲ ਤੂੰ ਚੁੱਪ ਕਰਕੇ ਅਸੀਂ ਲਿਆਉਣਾ ਉਸ ਨੂੰ ਵਾਪਸ। ਦਿਲ ਦੀ ਗੱਲ ਇਹ ਵੀ ਆ, ਅੱਜ ਜੇ ਨਹੀਂ ਬਾਤ ਚੱਕੀ ਹੁੰਦੀ ਅੱਜ ਜੱਗੀ ਇੱਥੇ ਹੋਣਾ ਨਹੀਂ ਸੀ, ਜੱਗੀ ਦਾ ਨਾਮ ਮਿਟਾ ਦੇਣਾ ਸੀ, ਕਿਉਂਕਿ ਅੱਗੇ 84 ਵਿੱਚ ਮਿਟਾਇਆ ਗਿਆ ਵਾ ਨੌਜਵਾਨਾਂ ਦਾ। ਤੇ ਜੱਗੀ ਨੂੰ ਇਹ ਵੀ ਕਿਹਾ ਗਿਆ ਸੀ, ਅੱਗੇ ਤੂੰ ਲਿਖਦਾ ਸੀ ਜਦੋਂ ਅਸੀਂ ਟੌਰਚਰ ਕਰਦੇ ਸੀ, ਹੁਣ ਅਸੀਂ ਤੈਨੂੰ ਦੱਸਦੇ ਆ ਕਿੱਦਾਂ ਕਰੀਦਾ। ਇਹ ਜੱਗੀ ਨੇ ਗੱਲ ਆਪਣੀ ਘਰ ਵਾਲੀ ਨੂੰ ਦੱਸੀ ਆ। ਸੋ ਉਸ ਕਰਕੇ ਜਿੱਦਾਂ ਉਹ ਕਹਿੰਦੇ ਹੁੰਦੇ, ਜਦੋਂ ਆਪਣੇ ਘਰ 'ਚ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਵਾ। ਬਾਲੇ ਇਹੀ ਕਹਿੰਦੇ ਆ ਕਿ ਉਹਦੇ ਘਰ ਲੱਗੀ ਰਵੇ। ਅੱਜ ਤੱਕ ਅਸੀਂ ਦਿਲ ਦੀ ਫੇਰ ਆਉਂਦਾ, ਇਮੋਸ਼ਨਲ ਵਿੱਚੋਂ ਗੱਲ ਆਉਂਦੀ ਆ। ਸ਼ਮਸ਼ੇਰ ਸਿੰਘ ਨੇ ਕਿਹਾ ਸਾਡੇ ਤੇ ਬੀਤਣ ਰਹੀ ਆ, ਉਹਨਾਂ ਤੇ ਵੀ ਬੀਤਣ ਰਹੀ ਆ, ਸਾਡੇ ਤੇ ਵੀ ਬੀਤਣ ਰਹੀ ਆ। ਅਸੀਂ ਫੇਰ ਵੀ ਕਹਿੰਦੇ ਆ ਜੋ ਸਾਡੇ ਗੁਰੂਆਂ ਨੇ ਸਿਖਾਇਆ ਵਾ ਕਿ ਕੱਲ੍ਹ ਨੂੰ ਤੁਹਾਡੇ ਨਾਲ ਨਾ ਇਹ ਗੱਲ ਹੋਵੇ, ਇਸ ਕਰਕੇ ਅਸੀਂ ਫੇਰ ਵੀ ਸਹੀ ਜਾਂਦੇ ਆ, ਕਿਉਂਕਿ ਮਹਾਰਾਜ ਦੀ ਕਿਰਪਾ ਵਾ, ਸੰਗਤ ਦਾ ਸਹਾਰਾ ਵਾ। ਤੇ ਇਸ ਕਰਕੇ ਅਸੀਂ ਤੁਰੇ ਫਿਰਦੇ ਆ ਕਿ ਅਸੀਂ ਫੇਰ ਵੀ ਡਟ ਕੇ ਖੜੇ ਆ। ਨਹੀਂ ਤਾਂ ਹੁਣ ਸਾਨੂੰ ਪਤਾ, ਮੈਨੂੰ ਕਈ ਵਾਰੀ ਪਤਾ ਸਵੇਰ ਨੂੰ ਉੱਠੀ ਦਾ ਨਿਤਨੇਮ ਵਾਸਤੇ ਸੋਚੀ ਦਾ ਜੱਗੀ ਕਿੱਦਾਂ ਸੁੱਤਾ ਪਿਆ ਸੀ, ਕਿਹੜੀ ਜੇਲ੍ਹ 'ਚ ਕਿੱਦਾਂ ਪਿਆ, ਉਹ ਮੇਰੇ ਕੋਲ ਰਜਾਈ ਆ ਇੱਥੇ, ਉਹ ਕੋ ਕੀ ਆ। ਫੇਰ ਸੋਚੀਦਾ ਜਿਹੜਿਆਂ ਕੋਲ ਕੁਛ ਵੀ ਹੈ ਨਹੀਂ, ਜਿਹੜੇ ਨੌਜਵਾਨ ਜੇਲ੍ਹਾਂ 'ਚ ਬੈਠੇ ਆ, ਜਿਹੜੀਆਂ ਮਾਵਾਂ ਹਜੇ ਤੱਕ ਆਪਣੇ ਨਿਆਣੇ ਨੂੰ ਰੋਣ ਡਈਆ ਵਾ ਕਿ ਸਾਡੇ ਕੋਲ ਆਉਂਗੇ ਜੇ ਨਹੀਂ ਆਉਂਗੇ। ਸੋ ਇਹ ਫਿਰ ਜਦੋਂ ਗੱਲ ਆ ਜਾਂਦੀ, ਜਦੋਂ ਅਸੀਂ ਸਾਨੂੰ ਮੌਕਾ ਮਿਲਦਾ ਅਸੀਂ ਇਮੋਸ਼ਨਲ ਇਸ ਕਰਕੇ ਹੋਈਦਾ, ਕਿਉਂਕਿ ਮੈਂ ਬਹੁਤ ਵਾਰੀ ਕਹਿ ਹਟਿਆ ਜੱਗੀ ਸ਼ਹੀਦਾਂ ਬਾਰੇ ਲਿਖਦਾ ਸੀ ਤੇ ਉਹਨਾਂ ਨੇ ਬਾਲ ਵਿੰਗਾ ਵੀ ਨਹੀਂ ਹੋਣ ਦੇਣਾ ਜੱਗੀ ਦਾ। ਤੇ ਇਸ ਕਰਕੇ ਭਰੋਸਾ ਮਹਾਰਾਜ ਤੇ ਤਾਂ ਸ਼ਹੀਦਾਂ ਦੇ ਉੱਤੇ ਆ ਕਿ ਉਹਨੇ ਨਹੀਂ ਹੋਣ ਦੇਣਾ। ਇਸ ਭਰੋਸੇ ਤੇ ਅਸੀਂ ਤੁਰੇ ਫਿਰਦੇ ਆ। ਇਹੀ ਬੇਨਤੀ ਮੈਂ ਅੱਗੇ ਵੀ ਕਰ ਹਟਿਆ ਆਪਣੀਆਂ ਮਾਵਾਂ ਨੂੰ, ਭੈਣਾਂ ਨੂੰ, ਕਿ ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਇਤਿਹਾਸ ਬਾਰੇ ਸਿਖਾਵੋ, ਕੀ ਸਾਡੇ ਨਾਲ 84 ਵਿੱਚ ਹੋਇਆ ਸੀ, ਕੀ ਹੋਣ ਡਿਆ ਵਾ ਅੱਜ 2022 ਵਿੱਚ, ਜੋ 84 ਵਿੱਚ ਹੋਣ ਡਿਆ ਸੀ ਹਜੇ ਤੱਕ ਵੀ ਉਹ ਚੀਜ਼ਾਂ ਹੋਣ ਡਈਆਂ ਵਾ। ਤੇ ਜੱਗੀ ਦੀ ਜੋ ਸੇਵਾ ਸਿਰਫ ਨੈਵਰ ਫੋਰਗੇਟ 84 ਤੱਕ ਨਹੀਂ ਰਹਿ ਗਈ ਸੀ, ਜਿਹੜੀ ਵੈਬਸਾਈਟ ਸੀ। ਅੱਜ ਵੀ ਆਪਾਂ ਉਹ ਚੀਜ਼ਾਂ ਦਿਖਾਉਣ ਡਏ ਆ, ਜਿਹੜਾ ਸੈਕਰੀਫਾਈਸਿੰਗ ਸਿੱਖਸ ਦੀ ਰਿਪੋਰਟ ਵਿੱਚ ਆਇਆ ਸੀ ਕਿ ਸਾਡੇ ਨਾਲ ਕੀ ਹੋਣ ਡਿਆ ਵਾ। ਅਜੇ ਪਤਾ ਨਹੀਂ ਮਹਾਰਾਜ ਨੇ ਕੀ ਸੇਵਾ ਲੈਣੀ ਆ ਪਰਿਵਾਰ ਕੋਲੋਂ, ਹੋਰ ਅੱਗੇ ਜੱਗੀ ਵੱਲੋਂ ਕੀ ਲੈਣੀ ਆ ਸੇਵਾ। ਪਰ ਆਪਾਂ ਜੇ ਅਰਦਾਸ ਕਰਦੇ ਮਹਾਰਾਜ ਸੇਵਾ ਸਾਡੇ ਪਰਿਵਾਰ ਨੂੰ ਲਾਵੋ, ਮਹਾਰਾਜ ਸੁਣਦਾ ਵੀ ਗੱਲ, ਮਹਾਰਾਜ ਨੇ ਲੈ ਕੇ ਵੀ ਵਾਪਸ ਆਉਣਾ ਵਾ। ਤੇ ਇਸ ਕਰਕੇ ਇਹ ਜ਼ਰੂਰੀ ਆ ਇਹ ਗੱਲਾਂ ਕਹਿਣੀਆਂ। ਪਰ ਸਾਨੂੰ ਜੇ ਸਾਡਾ ਸਿੱਖ ਮੀਡੀਆ ਸਾਨੂੰ ਗੱਲ ਕਰਨ ਦਊਗਾ ਅਸੀਂ ਫੇਰ ਕਰੂੰਗੇ,
ਪਹਿਲੋਂ ਤਾਂ ਮੰਗਦੇ ਆਂਗੇ ਅਸੀਂ ਮੰਗੀ ਦਾ ਟਾਈਮ, ਜਦੋਂ ਟਾਈਮ ਮਿਲ ਜਾਂਦਾ ਵਾ, ਕੋਈ ਆ ਜਿਹੜੀ ਤੁਹਾਨੂੰ ਪੂਰੀ ਗੱਲ ਕਰਨ ਦਿੰਦਾ, ਨਹੀਂ ਤਾਂ ਤੁਹਾਡੀ ਗੱਲ ਵੀ ਰੋਕ ਦੇਈਦੇ ਆ ਕਿ ਤੁਸੀਂ ਆਹ ਗੱਲ ਨਾ ਕਹੋ, ਕਿਉਂ ਨਾ ਕਹੋ। ਮੈਂ ਮੰਨਦਾ ਤੁਹਾਨੂੰ ਇੰਪਾਰਸ਼ਲ ਰਹਿਣਾ ਪੈਣਾ, ਪਰ ਮੈਂ ਆਪਣੀ ਦਿਲ ਦੀ ਗੱਲ ਕਰਦਾ ਕਿਉਂਕਿ ਸਾਡੇ ਨਾਲ ਬੀਤਣ ਰਹੀ ਆ। ਸ਼ਮਸ਼ੇਰ ਸਿੰਘ ਆਪਣੀ ਦਿਲ ਦੀ ਗੱਲ ਕਰਦਾ ਕਿਉਂਕਿ ਉਹਦੇ ਉੱਤੇ ਬੀਤਣ ਰਹੀ ਆ। ਸੋ ਉਸ ਕਰਕੇ ਆਉਂਦੀ ਆ ਜਥੇਬੰਦੀਆਂ ਜਿਹੜੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸ਼ੁਰੂ ਤੋਂ ਕੌਣ ਸਪੋਰਟ ਕਰਨ ਡਏ ਆ, ਜਿੱਥੇ ਸਪੋਰਟ ਮੰਗੀ ਆ ਹਰ ਵਾਰੀ ਮਿਲੀ ਆ, ਤੇ ਸਿੱਖ ਫੈਡਰੇਸ਼ਨ ਯੂਕੇ ਵੱਲੋਂ, ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਵੀ ਮਿਲੀ ਆ, ਸਿੱਖ ਯੂਥ ਯੂਕੇ ਵੱਲੋਂ, ਸਿੱਖ ਕਾਉਂਸਲ ਯੂਕੇ ਵੱਲੋਂ। ਸੋ ਇਹ ਜਥੇਬੰਦੀਆਂ ਜਿਹੜੀਆਂ ਮੋਹਰੇ ਆਉਂਦੀਆਂ ਵਾ ਗੁਰੂ ਘਰਾਂ ਵੱਲੋਂ। ਹੁਣ ਸਾਰੇ ਦੇ ਜੇ ਆਪਾਂ ਨਾਂ ਲੈ ਨਾ ਪੀਏ ਫੇਰ ਤਾਂ ਆਪਾਂ ਸਾਰੀ ਰਾਤ ਇੱਥੇ ਹੀ ਬੈਠੇ ਰਹਿਣਾ, ਪਰ ਗੁਰੂ ਘਰਾਂ ਵਿੱਚ ਵੀ ਆਪਾਂ ਨੂੰ ਸਪੋਰਟ ਮਿਲੀ ਆ, ਤੇ ਜਦੋਂ ਵੀ ਸੁਪਰੀਮ ਸਿੱਖ ਕਾਉਂਸਲ ਨੂੰ ਵੀ ਸਪੋਰਟ ਆਪਾਂ ਨੂੰ ਉਹਨਾਂ ਨੇ ਜਦੋਂ ਮੰਗੀ ਆ ਉਹਨਾਂ ਨੇ ਵੀ ਦਿੱਤੀ ਗਈ ਆ। ਸੋ ਇਸ ਕਰਕੇ ਜਦੋਂ ਕਈ ਵਾਰੀ ਮੰਗਣੀ ਪੈਂਦੀ ਆ ਤੇ ਕਈ ਵਾਰੀ ਆਪੇ ਹੀ ਬੰਦਾ ਆਪਣਾ ਫਰਜ਼ ਸਮਝ ਕੇ ਆਪ ਹੀ ਉੱਥੇ ਮੋਹਰੇ ਖੜ ਜਾਂਦਾ ਵਾ। ਸੋ ਇਹ ਤਾਂ ਹੁਣ ਤੁਸੀਂ ਆਪ ਬਾਕੀ ਸਮਝ ਸਕਦੇ ਆ। ਤੇ ਜਿਹੜੀ ਸਟੇਟਮੈਂਟ ਆਈ ਸੀ ਰਾਤੀ ਉਹਨਾਂ ਵੱਲੋਂ, ਮੈਂ ਮੁੜ ਕੇ ਲਾਈਵ ਤੇ ਕਹਿ ਦਿੰਦਾ, ਸਪੋਰਟ ਨਹੀਂ ਮਿਲੀ ਸੀ। ਰਾਤੀ ਜਿਹੜਾ ਬਿਆਨ ਪਾਇਆ ਉਹਨਾਂ ਨੇ ਗਲਤ ਮੇਰੇ ਹਿਸਾਬ ਨਾਲ ਪਾਇਆ ਗਿਆ। ਉਹ ਮਡੀ ਦੇ ਵਾਟਰਸ ਕਰਨ ਨੂੰ ਕੀਤਾ ਉਹਨਾਂ ਨੇ, ਕਿਉਂਕਿ ਜੋ ਪਰਿਵਾਰ ਦੀ ਕੌਮ ਦੀ ਮੰਗ ਆ ਉਹ ਤੇ ਉਲਟ ਗਏ। ਉਹ ਜੇ ਤੁਸੀਂ ਜਿੱਦਾਂ ਕਹਿੰਦੇ ਆ ਜੇ ਕੁਛ ਚੰਗਾ ਨਹੀਂ ਕਹਿ ਸਕਦੇ ਤੇ ਕੁਛ ਚੰਗਾ ਨਹੀਂ ਕਹਿ ਸਕਦੇ, ਮਾੜਾ ਬਣਾ ਕਹੋ, ਇਹ ਉਹ ਗੱਲਾਂ ਵਿੱਚ ਆ ਗਈ। ਉਹਨਾਂ ਨੂੰ ਆਪਣੀ ਸਟੇਟਮੈਂਟ ਲਾਉਣੀ ਚਾਹੀਦੀ ਸੀ, ਨਹੀਂ ਤਾਂ ਪਰਿਵਾਰ ਨੂੰ ਜਿਹੜਾ ਮਰਜ਼ੀ